ਖਾਲਿਸਤਾਨ ਦਾ ਸੰਕਲਪ ਹੈ ਨਾ, ਉਹ ਖਾਲਿਸਤਾਨ ਵਾਲਿਆਂ ਨੂੰ ਹਾਲੇ ਸਪਸ਼ਟ ਨਹੀਂ ਵੀ ਖਾਲਿਸਤਾਨ ਹੈ ਕੀ। ਉਹ ਚਾਹੁੰਦੇ ਸਿਰਫ ਵੱਖਰਾ ਦੇਸ਼ ਕਹਿਣ ਨਾਲ ਤਾਂ ਕੋਈ ਗੱਲ ਨਹੀਂ ਨਾ ਬਣਦੀ। ਹੁਣ ਇਹ ਰੈਫਰੈਂਡਮ ਆ ਜੀ, ਫਰੋਤੀ ਦੀ ਸਿਆਸਤ ਆ। ਉਹ ਬੰਦੇ ਜੇਲ੍ਹਾਂ 'ਚ ਜਾਈ ਜਾਂਦੇ ਨੇ। ਉਹਨੂੰ ਪੁੱਛਿਆ ਵੀ ਤੂੰ ਪੈਸੇ ਦੇ ਕੇ ਕਰਾਉਣਾ, ਕਹਿੰਦਾ ਹਾਂ, ਕਹਿੰਦਾ ਫੌਜ ਨਹੀਂ ਭਰਤੀ ਕਰਦੇ ਮੁਲਕ ਦੀ ਰਾਖੀ ਲਈ, ਉਹਨਾਂ ਨੂੰ ਤਨਖਾਹ ਨਹੀਂ ਦਿੰਦੇ। ਮਤਲਬ ਤੁਹਾਡੇ ਕੋਲੇ ਕੋਈ ਦਲੀਲ ਕਿਸੇ ਕਿਸਮ ਦੀ ਤਾਂ ਹੋਵੇ। ਇੱਕ ਪੰਜਾਬੀ ਦੀ ਕਹਾਵਤ ਆ, ਚੜ ਜਾ ਬੱਚਾ ਸੂਲੀ ਰੱਬ ਭਲੀ ਕਰੂ। ਇਹਦਾ ਮਤਲਬ ਤੁਹਾਨੂੰ ਪਤਾ ਨਹੀਂ ਵਾਪਰੂ ਕੀ। ਚਲੋ ਅੰਮ੍ਰਿਤਪਾਲ ਤਾਂ ਹੁਣ ਚੜ ਗਿਆ ਸੂਲੀ। ਮੈਂ ਤਾਂ ਕਹਿੰਦਾ ਉਹਦੇ ਨਾਲ ਕਾਨੂੰਨੀ ਹੱਕ ਆ, ਉਹਦੇ ਕੁਚਲੇ ਜਾ ਰਿਹਾ ਜਿਵੇਂ ਹੋ ਰਿਹਾ, ਮੈਂ ਤਾਂ ਉਹਦੇ ਹੱਕ 'ਚ। ਪਰ ਉਹ ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਕਿਹਾ ਸੀ ਚੜ ਜਾ ਬੱਚਾ ਸੂਲੀ ਰੱਬ ਭਲੀ ਕਰੂ? ਉਹਨਾਂ ਦੀ ਪਛਾਣ ਕਰਨੀ ਜ਼ਰੂਰੀ ਆ। ਉਹ ਦੇਸ਼ ਦੇ ਵਿੱਚ ਵੀ ਨੇ, ਉਹ ਵਿਦੇਸ਼ਾਂ ਵਿੱਚ ਨੇ। ਉਹੀ ਤਾਕਤਾਂ ਦੀਪ ਸਿੱਧੂ ਵਰਤਾਰੇ ਦੇ ਮਗਰ ਸੀ। ਅੰਦੋਲਨ ਚੱਲ ਨਹੀਂ ਰਿਹਾ ਜਿਹਦਾ ਕੋਈ ਵਰਤਾਂਤ ਨਹੀਂ, ਜਿਹਦੇ ਨਾਲ ਲੋਕਾਂ ਦੀ ਲਾਮਬੰਦੀ ਨਹੀਂ, ਜਿਹਦੇ ਵਿੱਚ ਸਿਰਫ ਇਹੀ ਗੱਲ ਆ ਅਸੀਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਉਹ ਵਰਤਾਂਤ ਅਸਲ 'ਚ ਮੱਠਾ ਪੈ ਗਿਆ। ਇੰਨੇ ਸਾਲਾਂ ਦੇ ਅਮਲ 'ਚ ਸਾਬਤ ਹੋ ਗਿਆ ਵੀ ਉਹਦੇ ਵਿੱਚੋਂ ਕੱਢਣ ਕਢਾਉਣ ਨੂੰ ਕੁਛ ਹੈ ਨਹੀਂ। ਕੁਛ ਧਿਰਾਂ ਦੇ ਆਪਦੇ ਜਿਹਨੂੰ ਨਿੱਜੀ ਸਵਾਰਥ ਬਣ ਗਏ। ਇਹ ਵਪਾਰ ਨਾਲ ਵੀ ਜੁੜ ਗਿਆ, ਇਹ ਦੁਕਾਨਦਾਰੀ ਨਾਲ ਵੀ ਜੁੜ ਗਿਆ। ਤੁਸੀਂ ਇਹ ਵੀ ਗੱਲ ਕੀਤੀ ਕਿ ਜਿੰਨੀਆਂ ਵੀ ਲਹਿਰਾਂ ਉੱਠਦੀਆਂ ਤੇ ਵਿਦੇਸ਼ਾਂ ਦੇ ਵਿੱਚੋਂ ਹੁੰਦਾ ਹੁੰਗਾਰਾ ਮਿਲਦਾ, ਪਰ ਨਾਲ ਤੁਸੀਂ ਇੱਕ ਦੁਕਾਨਦਾਰੀ ਦੀ ਗੱਲ ਕੀਤੀ ਆ ਕਿ ਵਿਦੇਸ਼ਾਂ ਦੇ ਵਿੱਚੋਂ ਦੁਕਾਨਦਾਰੀ ਵੀ ਚਲਾਉਂਦੇ ਆ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਰਿਹਾ ਜੀ। ਕੀ ਉਹ ਸਿਰਫ ਸਿਆਸੀ ਸ਼ਰਨ ਲਈ ਆ ਜਾਂ ਕੋਈ ਹੋਰ ਵੀ ਹੈਗੇ ਵੱਡੇ ਰੂਪ? ਨਹੀਂ, ਇਕੱਲੀ ਇਹ ਗੱਲ ਨਹੀਂ। ਦੇਖੋ ਇਹਦੇ ਬਹੁਤ ਪੱਖ ਨੇ। ਉਹ ਸਿਆਸਤ ਜਿਹੜੇ ਲੋਕਾਂ ਨੂੰ ਨਹੀਂ ਪਾਉਂਦੀ, ਲੋਕ ਉੱਤੇ ਲਾਮਬੰਦ ਨਹੀਂ ਹੋ ਰਹੇ, ਲੋਕ ਉਹਨਾਂ ਦੇ ਨਾਲ ਸਹਿਮਤ ਨਹੀਂ ਹੋ ਰਹੇ। ਤੁਸੀਂ ਜੇ ਵਾਰ-ਵਾਰ ਉੱਥੇ ਹੀ ਅੜ ਕੇ ਖੜੇ ਹੋ, ਇਹਦਾ ਮਤਲਬ ਤੁਹਾਡੇ ਲੋਕ ਹਿੱਤਾਂ ਨਾਲੋਂ ਨਿੱਜੀ ਹਿੱਤ ਜ਼ਿਆਦੇ ਨੇ। ਜਿਹੜੇ ਬਾਹਰਲੇ ਨੇ ਨਾ ਜੀ, ਉਹਨਾਂ ਖਾਤਰ ਗਾਉਣ ਨੂੰ ਤਾਂ ਕੁਛ ਹੈ ਨਹੀਂ, ਮੁਨਾਫਾ ਜਿੰਨਾ ਇਹ ਹੋ ਜੂ। ਸੋ ਇਸੇ ਕਰਕੇ ਮੈਂ ਕਹਿਣਾ ਵੀ ਉੱਥੇ ਕਈ ਲੋਕ ਤਾਂ ਇਹੋ ਜਿਹੇ ਨੇ ਜਿਹੜੇ ਚਾਹੁੰਦੇ ਨੇ ਰਾਜਸੀ ਸ਼ਰਨ ਲੈਣੀ ਹੈ, ਮਤਲਬ ਜਿਨ੍ਹਾਂ ਨੇ ਆਪਣੀ ਉੱਥੇ ਸਿੱਕਾ ਜਮਾਉਣਾ। ਉਹ ਗੁਰਦੁਆਰਿਆਂ 'ਚ ਸਿਆਸਤ ਕਿਉਂ ਕਰਦੇ ਨੇ, ਬਾਹਰ ਕਿਉਂ ਨਹੀਂ ਆਉਂਦੇ? ਤੇ ਉਹਨਾਂ ਨੂੰ ਐਂ ਲੱਗਦਾ ਵੀ ਸਾਡੀ ਸਿਆਸਤ ਸਹੀ ਹੋ ਗਈ, ਆਹ ਦੇਖੋ ਜੀ ਸਿੱਖਾਂ ਤੇ ਕਟਕ ਚੜ੍ਹ ਗਿਆ। ਇਹਦੇ ਨਾਲ ਤੁਹਾਡੀ ਸਿਆਸਤ ਸਹੀ ਹੋ ਵੀ ਜੇ ਸਾਡੇ ਤੇ ਵੱਧ ਜ਼ੁਲਮ ਹੋਊਗਾ? ਤੁਹਾਡੀ ਸਿਆਸਤ ਉਦੋਂ ਸਹੀ ਹੋ ਜਦੋਂ ਤੁਹਾਨੂੰ ਵੱਡਾ ਲੋਕ ਹੰਗਾਰਾ ਮਿਲੂ। ਸੋ ਇਹ ਚੜ ਜਾ ਬੱਚਾ ਸੂਲੀ ਕਹਿਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਨਾ, ਜਿਹੜਾ ਅੱਗ ਲਈ ਡੱਬੂ ਕੰਧ ਤੇ ਕਹਿੰਦੇ ਨੇ, ਉਹਨਾਂ ਦੀ ਵੀ ਲੋਕਾਂ ਨੂੰ, ਸਿੱਖਾਂ ਨੂੰ ਪਛਾਣ ਕਰਨੀ ਜ਼ਰੂਰੀ। ਨਿੱਜ ਪ੍ਰਸਤੀ, ਪਰਿਵਾਰ ਪ੍ਰਸਤੀ ਬਾਦਲ 'ਚ ਇਹੀ ਹੈ ਨਾ ਜੀ ਜੋ ਕੁਛ ਹੋਇਆ। ਮਤਲਬ ਸਿਆਸਤ ਵਪਾਰ ਬਣਾ ਲਈ, ਧਰਮ ਦਾ ਪ੍ਰਚਾਰ ਵਪਾਰ ਬਣਾ ਲਿਆ। ਇਹ ਜੀ ਨਜ਼ਾਰੇ ਬਾਹਰ ਨੇ। ਜੇ ਤੁਸੀਂ ਉਹਨਾਂ ਦੀਆਂ ਗੰਭੀਰ ਗੱਲਾਂ ਸੁਣੋ, ਹੁਣ ਮੈਂ ਬਾਹਲਾ ਤਾਂ ਨਹੀਂ ਕਹਿਣਾ ਚਾਹੁੰਦਾ, ਫਿਰ ਕਈ ਵਾਰ ਜ਼ਿਆਦਾ ਬਦਨਾਮੀ ਹੋ ਜਾਂਦੀ ਹੈ ਵੀ ਯਾਰ ਇਹ ਸਿੱਖਾਂ ਤੇ ਜ਼ਿਆਦਾ। ਪਰ ਮੈਂ ਇੱਕ ਗੱਲ ਕਹਿਣਾ, ਹੁਣ ਮਾਨ ਸਾਹਿਬ ਕਹਿੰਦੇ ਜੇ ਅੰਮ੍ਰਿਤਪਾਲ ਨੂੰ ਕੁਛ ਹੋ ਗਿਆ ਤਾਂ ਭਾਰਤ ਦੇ ਹਾਕਮ ਨੇ ਜਿਹੜੇ ਆਪਣੀ ਸਿਕਿਉਰਿਟੀ ਦਾ ਅਮਰੀਕਾ ਤੇ ਕੈਨੇਡਾ ਤੋਂ ਇੰਤਜ਼ਾਮ ਕਰ ਲੈਣ। ਹੁਣ ਇਹ ਬਿਆਨਾਂ ਦਾ ਕੋਈ ਪੋਲੀਟੀਕਲ ਮਤਲਬ ਹੈ? ਅਸੀਂ ਨਹੀਂ ਕੁਛ ਕਰ ਰਹੇ, ਸਾਡੇ ਤੋਂ ਤਾਂ ਅਕਾਲ ਪੁਰਖ ਕਰਾ ਰਿਹਾ, ਮਹਾਰਾਜ ਕਰਾ ਰਹੇ। ਗੱਲ ਕਿੱਥੋਂ ਆ ਰਹੀ ਹੈ, ਕੀ ਮਤਲਬ ਹੈ ਇਹ ਗੱਲ ਦੇ? ਤੁਸੀਂ ਜੋ ਦੀਪ ਸਿੱਧੂ ਨੇ ਉੱਥੇ ਕੀਤਾ ਸੀ, ਜਾਂ ਅਜਮੇਰ ਨੇ, ਜਾਂ ਉਧਮਪੁਰ ਨੇ, ਉਹ ਕਿੱਥੇ, ਉਹਨਾਂ ਨੇ ਵੀ ਇਹੀ ਕੀਤਾ ਸੀ ਨਾ ਵੀ ਹੁਣ ਕਿਸਾਨ ਲੀਡਰ ਨੂੰ ਪਿੱਛੇ ਹਟ ਜਾਣਾ ਚਾਹੀਦਾ, ਹੁਣ ਸੰਗਤ ਫੈਸਲੇ ਕਰੂ, ਤੁਹਾਨੂੰ ਲਾਗੂ ਕਰਨੇ ਪੈਣਗੇ। ਇਹ ਕਹਿ ਰਿਹਾ ਅੰਮ੍ਰਿਤਪਾਲ ਵੀ ਮੇਰੇ ਤੋਂ ਸੇਵਾ ਤਾਂ ਸੱਚੇ ਪਾਤਸ਼ਾਹ ਲੈ ਰਹੇ ਨੇ। ਤੇ ਲਾਰੈਂਸ ਬਿਸ਼ਨੋਈ ਵੀ ਇਹੀ ਕਹਿ ਰਿਹਾ ਵੀ ਜੋ ਡਿਊਟੀ ਲਾਈ ਆ ਪ੍ਰਮਾਤਮਾ ਨੇ ਉਹ ਕਰ ਰਿਹਾ। ਰੱਬ ਭਲੀ ਕਰੂ ਕਿਵੇਂ ਆ ਜੀ? ਪੰਜਾਬ ਤਾਂ ਮੈਂ ਤਾਂ ਜਿੱਦੇ ਗਿਆ ਸੀ ਭਗਵੰਤ ਮਾਨ, 20 ਕੰਪਨੀ ਆ ਗਈਆਂ ਸੀ। ਮੈਂ ਬੰਨ ਲਓ ਹੁਣ ਚਿੱਤੜਾਂ ਤੇ ਲੋਗੜ, ਇਹ ਜਿਹੜੇ ਪਾਸੇ ਨੂੰ ਤੁਰ ਪਏ ਹੋਣਾ। ਗੁਰਦੁਆਰਿਆਂ ਤੇ ਕਬਜ਼ਿਆਂ ਖਾਤਰ ਕਿਉਂ ਲੜਾਈਆਂ ਹੁੰਦੀਆਂ ਜੀ? ਮਤਲਬ ਗੁਰਦੁਆਰਾ ਜਿਹਦਾ ਮਾਲਕ ਸੰਗਤ ਆ, ਗੁਰੂ ਦਾ ਦੁਆਰ ਆ, ਉੱਥੇ ਤੁਸੀਂ, ਇੱਥੇ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਆ, ਇੱਥੇ ਤੁਸੀਂ ਕਹਿੰਦੇ ਸਿਲੈਕਸ਼ਨ ਹੋਣੀ ਚਾਹੀਦੀ ਹੈ ਜੀ। ਮੈਂ ਕਹਿੰਦਾ ਸਿਲੈਕਸ਼ਨ ਦੇ ਨਾਲ ਵੀ ਇਲੈਕਸ਼ਨ ਹੋ ਸਕਦੀ ਹੈ, ਪਰ ਜਿੱਥੇ ਕੋਈ ਦਖਲ ਨਹੀਂ, ਸਰਕਾਰਾਂ ਦਾ ਕੋਈ ਦਖਲ ਨਹੀਂ, ਉੱਥੇ ਉੱਥੇ ਇੱਕ ਮਾਡਲ ਤਾਂ ਸਿਰਜ ਕੇ ਦਿਖਾਓ ਨਾ ਜੀ। ਹੁਣ ਉਹਦੀ ਨਵੀਂ ਵੀਡੀਓ ਆਈ ਆ, ਹੁਣ ਮੈਂ ਹਾਲੇ ਸੁਣੀ ਨਹੀਂ ਆਇਆ, ਪਤਾ ਨਹੀਂ ਹੁਣ ਨਵਾਂ ਪ੍ਰਵਚਨ ਉਹ ਕੀ ਰਚਦਾ, ਕਿਹੜੇ ਪਤਲੇ ਰਾਹ ਰਾਹੀਂ ਨਿਕਲਣ ਦੀ ਗੱਲ ਕਰਦਾ। ਮਤਲਬ ਬਰੋਲਿਆਂ ਦਾ ਸਾਥ ਦੇਣਾ, ਮਤਲਬ ਜਿਵੇਂ ਜਿੱਧਰ ਨੂੰ ਹਨੇਰੀ ਜੀ ਉੱਠੀ ਉਧਰ ਲਾ ਕਰਨ ਲੱਗ ਜਾਣੀ। ਇਹੀ ਸਿਆਸਤਦਾਨ ਕਰ ਰਹੇ ਨੇ, ਜਿਹੜੇ ਉਖੜੇ ਹੋਏ ਨੇ, ਇਹੀ ਬੁੱਧੀਜੀਵੀ ਕਰ ਰਹੇ ਨੇ। ਜੇ ਅਕਾਲ ਤਖਤ ਦਾ ਜਥੇਦਾਰ ਉਹਦੇ ਤਾਂ ਗੋਲ ਗੱਲ ਕਰਤੀ ਅਜਨਾਲਾ ਕਾਂਡ ਬਾਰੇ, ਤੇ ਜੇ ਉਹਦੀ ਉਹਨੇ ਸਖਤ ਪੋਜੀਸ਼ਨ ਲਈ ਹੁੰਦੀ ਤੇ ਅੰਮ੍ਰਿਤਪਾਲ ਨੂੰ ਬੁਲਾਇਆ ਹੁੰਦਾ ਵੀ ਜਿਹੜਾ ਢੰਗ ਤੂੰ ਵਰਤਣ ਲੱਗ ਗਿਆ ਇਹ ਨਹੀਂ ਚੱਲਣਾ, ਇਹਦੇ ਸਾਨੂੰ ਬਹੁਤ ਨੁਕਸਾਨ ਨੇ। ਹੋ ਸਕਦਾ ਘਟਨਾਵਾਂ ਦਾ ਦੌਰ ਕਿਸੇ ਹੋਰ ਪਾਸੇ ਨੂੰ ਹੁੰਦਾ।
ਬਾਹਰਲੇ ਨੇ ਜਿਹੜੇ ਹੁਣ ਇੱਥੇ ਹੋ ਹੱਲਾ ਹੋਇਆ ਜੋ ਅਜਨਾਲੇ ਵਾਲਾ, ਹੁਣ ਬਾਹਰਲੇ ਵਾਲੇ ਜੋ ਉੱਥੇ ਕਰ ਰਹੇ ਨੇ ਉਹਨਾਂ ਨੂੰ ਫਰਕ ਕੋਈ ਨਹੀਂ ਪੈਣਾ। ਝੰਡਾ ਪਾੜਤਾ ਜੀ, ਝੰਡਾ ਲਾਤਾ ਜੀ, ਸ਼ੀਸ਼ੇ ਭੰਨਤੇ ਜੀ, ਅਗਲੇ ਨੇ ਉਦੋਂ ਵੱਡਾ ਝੰਡਾ ਲਾ ਲਿਆ। ਸੱਚ ਆ ਜਿਹੜਾ ਕਿਸੇ ਦੇ ਪੱਲੇ ਨਹੀਂ ਹੈ, ਨਾ ਇਕੱਲੇ ਮਾਲੀ ਦੇ ਪੱਲੇ ਆ। ਸੱਚ ਨਿੱਤਰੂ ਉਦੋਂ ਜਦੋਂ ਸੰਵਾਦ ਚੱਲੂ, ਤੇ ਸੰਵਾਦ ਨੂੰ ਬੰਦ ਕਰਾਉਣ ਖਾਤਰ ਸਾਰਾ ਕੁਝ ਕੀਤਾ ਜਾ ਰਿਹਾ। ਸ਼ੰਭੂ ਮੋਰਚਾ ਲੱਗਿਆ ਸੀ, ਉਹਦੇ ਇੱਕ ਪਾਸੇ ਬੋਰਡ ਲੱਗਿਆ ਹੋਇਆ ਸੀ ਵਾਰਸ ਪੰਜਾਬ ਦੇ, ਉਹਦੇ ਹੇਠਾਂ ਇੱਕ ਫੋਨ ਨੰਬਰ ਸੀ। ਉਹ ਫੋਨ ਨੰਬਰ ਉਹੀ ਜਸਜੀਤ ਚੇਲੇ ਹੋਰਾਂ ਦਾ ਸੀ, ਜਿਹੜੇ ਅਮਰੀਕੀ ਸਿੱਖ ਕਾਕਸ ਨੇ ਨਾ ਜੀ, ਇਹ ਉਹਨਾਂ ਦਾ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ। ਮੈਂ ਮਨਦੀਪ। ਪੰਜਾਬ ਦੇ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਚੱਲ ਰਹੀਆਂ ਨੇ। ਹਰੇਕ ਵਿਚਾਰਧਾਰਾ ਕਹਿੰਦੀ ਆ ਮੈਂ ਸਹੀ ਆ, ਮੇਰਾ ਆਈਡੀਆ ਸਹੀ ਆ। ਇਹ ਵਿਚਾਰਧਾਰਾਵਾਂ ਇੱਕ ਦੂਜੇ ਨੂੰ ਕੁਚਲਣ ਦੀ ਵੀ ਕੋਸ਼ਿਸ਼ ਕਰਦੀਆਂ ਤੇ ਇੱਕ ਦੂਜੇ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕਰਦੀਆਂ। ਇਹਨਾਂ ਸਾਰੀਆਂ ਵਿਚਾਰਧਾਰਾਵਾਂ ਦੇ ਵਿੱਚੋਂ ਇੱਕ ਵਿਚਾਰਧਾਰਾ ਇਹ ਕਹਿੰਦੀ ਆ ਕਿ ਜੇ ਪੰਜਾਬ ਦਾ ਭਲਾ ਕਰਨਾ ਤਾਂ ਖਾਲਿਸਤਾਨ ਬਹੁਤ ਜ਼ਰੂਰੀ ਆ। ਅੱਜ ਚਰਚਾ ਦਾ ਵਿਸ਼ਾ ਖਾਲਿਸਤਾਨ ਫਿਰ ਬਣਿਆ ਹੋਇਆ। ਤਾਂ ਆਪਾਂ ਸਾਰੇ ਵਰਤਾਰੇ ਬਾਰੇ, ਸਾਰੇ ਮਸਲੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਰਹਿਣਗੇ ਮਾਲਵਿੰਦਰ ਸਿੰਘ ਮਾਲੀ। ਮਾਲੀ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਧੰਨਵਾਦ। ਜਿਵੇਂ ਖਾਲਿਸਤਾਨ ਦੀ ਮੰਗ ਉੱਠਦੀ ਹੈ ਜੀ ਪੰਜਾਬ ਦੇ ਵਿੱਚੋਂ, ਮੈਨੂੰ ਲੱਗਦਾ ਪੰਜਾਬ ਦੇ ਵਿੱਚੋਂ ਘੱਟ ਉੱਠਦੀ ਹੈ ਤੇ ਉਹ ਵਿਦੇਸ਼ਾਂ ਦੇ ਵਿੱਚੋਂ ਜ਼ਿਆਦਾ ਉੱਠਦੀ ਆ। ਵਿਦੇਸ਼ਾਂ ਦੇ ਵਿੱਚੋਂ ਵੀ ਚੁਣਵੇਂ ਉਹ ਬੰਦੇ ਉਠਾਉਂਦੇ ਆ ਜਿਨ੍ਹਾਂ ਨੇ ਸ਼ਾਇਦ ਕਦੇ ਆਉਣਾ ਨਹੀਂ, ਜਿਨ੍ਹਾਂ ਦੀਆਂ ਪੀੜ੍ਹੀਆਂ ਉੱਥੇ ਸੈੱਟ ਹੋ ਗਈਆਂ। ਤਾਂ ਕਿਉਂ ਇਹ ਵਿਦੇਸ਼ਾਂ ਦੇ ਵਿੱਚੋਂ ਜ਼ਿਆਦਾ ਆਵਾਜ਼ ਆ ਜਿਹੜੀ ਖਾਲਿਸਤਾਨ ਦੀ ਉੱਠਦੀ ਆ? ਨਹੀਂ, ਪੰਜਾਬ ਦਾ ਦੇਖੋ ਇਤਿਹਾਸ ਤੁਸੀਂ ਦੇਖੋ 1947 ਤੋਂ ਬਾਅਦ ਦਾ ਰਿਹਾ। ਜਿਉਂ-ਜਿਉਂ ਪੰਜਾਬੀਆਂ ਨੇ ਬਾਹਰ ਪ੍ਰਵਾਸ ਕੀਤਾ, ਇੱਥੇ ਕੋਈ ਵੀ ਲਹਿਰ ਉੱਠੀ ਆ ਉਹਨੂੰ ਬਾਹਰੋਂ ਹੁੰਗਾਰਾ ਮਿਲਦਾ ਹੀ ਮਿਲਦਾ। ਈਵਨ ਚਾਹੇ ਤੁਸੀਂ ਨਕਸਲੀ ਮੂਵਮੈਂਟ ਦੇਖ ਲਓ, ਖੱਬੇ ਪੱਖੀ ਲਹਿਰ ਦੇਖ ਲਓ, ਜਾਂ ਹੋਰ ਵੱਖ ਵੱਖਰੇ ਤਰ੍ਹਾਂ ਦੀਆਂ ਧਾਰਮਿਕ ਲਹਿਰਾਂ ਦੇਖ ਲਓ। ਇਸ ਕਰਕੇ ਬਾਹਰੋਂ ਹੁੰਗਾਰਾ ਤਾਂ ਕੁਦਰਤੀ ਤੌਰ 'ਤੇ ਮਿਲਣਾ, ਕਿਉਂਕਿ ਉਹ ਪੰਜਾਬ ਬਾਰੇ ਇੱਕ ਬਾਬਾ ਨਾਨਕ ਨਾਲ ਇੱਕ ਸਾਖੀ ਜੁੜੀ ਹੋਈ ਹੈ ਨਾ, ਵੀ ਇੱਕ ਪਿੰਡ ਦੇ ਲੋਕਾਂ ਨੇ ਬੜੀ ਬੁਰੀ ਕੀਤੀ ਉਹਨਾਂ ਨਾਲ, ਤੇ ਉਹ ਜਾਂਦੇ ਹੋਏ ਉਹਨਾਂ ਨੂੰ ਕਹਿੰਦੇ ਵੀ ਵਸਦੇ ਰਹੋ। ਇੱਕ ਪਿੰਡ ਦੇ ਲੋਕਾਂ ਨੇ ਬੜੀ ਸੇਵਾ ਕੀਤੀ, ਬਹੁਤ ਚੰਗਾ ਕੀਤੀ, ਉਹ ਕਹਿੰਦੇ ਉੱਜੜ ਜਾਓ। ਤੇ ਭਾਈ ਮਰਦਾਨਾ ਕਹਿੰਦੇ ਬਾਬਾ ਆਹ ਕੀ? ਕਹਿੰਦਾ ਚੰਗਿਆਈ ਆ ਜਿਹੜੀ ਇਹ ਜਿੰਨੀ ਬਾਹਰ ਫੈਲੂ ਓਨੀ ਚੰਗੀ ਗੱਲ ਆ, ਬੁਰਿਆਈ ਆ ਜਿਹੜੀ ਇੱਕ ਥਾਂ ਤੇ ਟਿਕੀ ਰਹੇ ਉਹ ਸੀਮਤ ਰਹਿ ਜਾਂਦੀ ਆ। ਪੰਜਾਬ ਕਿਉਂ ਸੰਘਰਸ਼ਾਂ ਦਾ ਅਖਾੜਾ, ਪੰਜਾਬ ਦੇ ਜਾਇਆਂ ਨੂੰ ਨਿਤ ਮੁਹਿੰਮਾਂ, ਇਤਿਹਾਸ ਦੇਖ ਲਓ ਤੁਸੀਂ, ਅਬਦਾਲੀਆਂ ਦਾ ਹੋਰ ਦਾ, ਅੱਡ ਅੱਡ ਰੂਪਾਂ 'ਚ ਲੜਾਈਆਂ ਨੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ। ਇਸ ਕਰਕੇ ਜਿੱਥੇ ਵੀ ਪੰਜਾਬੀ ਬਾਹਰ ਜਾਣਗੇ ਉਹਨਾਂ ਨੇ ਹੁੰਗਾਰਾ ਦੇਣੀ ਦੇਣਾ। ਤੁਹਾਡਾ ਸਵਾਲ ਜਿਹੜਾ ਠੋਸ ਰੂਪ ਦੇ ਵਿੱਚ ਉਹ ਆ, ਅਮਲੀ ਤੌਰ 'ਤੇ ਗੱਲ ਹੁਣ ਐਂ ਲੱਗਦੀ ਆ ਵੀ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਹੋ ਨਹੀਂ ਰਹੀ। ਬਾਹਰਲੇ ਮੁਲਕਾਂ 'ਚ ਤਾਂ ਬਹੁਤ ਹੋ ਹੱਲਾ ਰੌਲਾ ਪੈ ਰਿਹਾ। ਉਹਦੇ ਕਈ ਕਾਰਨ ਨੇ। ਪਹਿਲਾ ਕਾਰਨ ਤਾਂ ਮੈਨੂੰ ਇਹ ਆ ਵੀ ਜਿਹੜਾ ਖਾਲਿਸਤਾਨ ਦਾ ਸੰਕਲਪ ਹੈ ਨਾ, ਉਹ ਖਾਲਿਸਤਾਨ ਵਾਲਿਆਂ ਨੂੰ ਹਾਲੇ ਸਪਸ਼ਟ ਨਹੀਂ ਵੀ ਖਾਲਿਸਤਾਨ ਹੈ ਕੀ। ਉਹ ਚਾਹੁੰਦੇ ਸਿਰਫ ਵੱਖਰਾ ਦੇਸ਼ ਕਹਿਣ ਨਾਲ ਤਾਂ ਕੋਈ ਗੱਲ ਨਹੀਂ ਨਾ ਬਣਦੀ। ਤੁਹਾਨੂੰ ਉਹਦਾ ਸੰਕਲਪ ਦੱਸਣਾ ਪਊ, ਉਹਦਾ ਇਤਿਹਾਸ ਦੱਸਣਾ ਪਊ, ਫਿਰ ਖਾਸ ਕਰਕੇ ਸਿੱਖ ਫਲਸਫੇ ਦੇ ਵਿੱਚੋਂ ਉਹਦੇ ਢੋਈ ਲੈਣੀ ਪੈਣੀ ਆ ਵੀ ਇੱਥੋਂ ਇਵੋਲਵ ਹੋ ਰਿਹਾ। ਇਹ ਕਮਜ਼ੋਰੀ ਬਹੁਤ ਵੱਡੀ ਆ। ਇੱਕ ਰਿਐਕਸ਼ਨ ਆ ਨਾ ਜਿਹੜਾ, ਦੇਖੋ ਇੱਕ ਹੁੰਦਾ ਰਿਸਪੌਂਸ, ਇੱਕ ਹੁੰਦਾ ਰਿਐਕਸ਼ਨ। ਰਿਐਕਸ਼ਨ ਤਾਂ ਹੁੰਦਾ ਤੱਤੇ ਘਾਓ ਤੁਸੀਂ ਗੱਲ ਕਰਨਾ, ਰਿਸਪੌਂਸ ਹੁੰਦਾ ਵੀ ਤੁਸੀਂ ਗੱਲ ਨੂੰ ਸੋਚ ਵਿਚਾਰ ਕੇ ਉਹਦੇ ਸਾਰੇ ਪੱਖਾਂ ਨੂੰ ਉਹ ਕਰਨਾ। ਅਸਲ 'ਚ ਇਹ ਜਿਹੜੀ ਪੋਲੀਟਿਕਸ ਆ ਨਾ, ਇਹ ਰਿਐਕਸ਼ਨ ਦੀ ਪੋਲੀਟਿਕਸ ਆ। ਖਾਲਸਾ ਰਾਜ, ਖਾਲਸਾ ਪੰਥ, ਸਿੱਖ ਕੌਮ ਵਾਲੀ ਗੱਲ ਤਾਂ ਕਿਤੇ ਹੈ ਹੀ ਨਹੀਂ ਸੀ। ਜਦੋਂ ਬ੍ਰਾਹਮਣਵਾਦੀ ਨਜ਼ਰੀਏ ਨਾਲ ਦੋ ਕੌਮਾਂ ਦਾ ਫਿਰਕੂ ਸਿਧਾਂਤ ਉਭਾਰਿਆ ਗਿਆ ਸਾਹਮਣੇ, ਹਾਲਾਂਕਿ ਆਪਾਂ ਜੋ ਪੜ੍ਹਾਇਆ ਗਿਆ ਅੰਗਰੇਜ਼ਾਂ ਨੇ ਐਂ ਕਰਤਾ, ਅੰਗਰੇਜ਼ਾਂ ਨੇ ਐਂ ਕਰਤਾ। ਅੰਗਰੇਜ਼ ਤਾਂ ਉਦੋਂ ਪਾਲਿਸੀ ਲੈ ਕੇ ਆਏ ਸੀ ਫੈਡਰਲ ਇੰਡੀਆ ਦੀ, ਜਿਹਨੂੰ ਪ੍ਰਵਾਨ ਨਹੀਂ ਸੀ, ਕਾਂਗਰਸ ਨੂੰ ਪ੍ਰਵਾਨ ਨਹੀਂ ਸੀ। ਤੇ ਜਿਹੜਾ ਜਿਹਾ ਕਾਂਗਰਸ ਇੰਡੀਆ ਚਾਹੁੰਦੀ ਸੀ ਉਹ ਮੁਸਲਿਮ ਲੀਗ ਨੂੰ ਪ੍ਰਵਾਨ ਨਹੀਂ ਸੀ, ਘੱਟ ਗਿਣਤੀ ਬਹੁ ਗਿਣਤੀ ਵਾਲਾ। ਉਹ ਦੋ ਕੌਮਾਂ ਦੇ ਸਿਧਾਂਤ ਤੇ ਜਦੋਂ ਦੇਸ਼ ਬਣਨ ਲੱਗੇ, ਸਿੱਖਾਂ ਸਾਹਮਣੇ ਸਵਾਲ ਖੜਾ ਹੋ ਗਿਆ ਵੀ ਫਿਰ ਆਪਾਂ ਕੀ ਕਰੀਏ। ਹੁਣ ਦੇਖੋ ਇੱਕ ਤਾਂ ਉਹੀ ਤਰੀਕਾ ਸੀ ਵੀ ਉਹ ਦੇਸ਼ ਪੰਜਾਬ ਮੰਗਦੇ ਵੀ ਸਾਡਾ ਰਾਜ ਆ ਜਿਹੜਾ 98 ਸਾਲ ਗੁਲਾਮ ਰਿਹਾ ਪੰਜਾਬ ਤਾਂ ਨਾ, ਬਾਕੀ ਮੁਲਕ ਤਾਂ ਥੁੱਕ ਲੁੱਕ 'ਚ ਗੁਲਾਮ ਕਰ ਲਿਆ ਜੀ, 200-250 ਸਾਲ ਰਿਹਾ। ਉਸ ਰਾਹ ਪੈਣ ਦੀ ਥਾਂ ਇਹਨਾਂ ਨੇ ਫਿਰ ਆਪਦਾ ਹਿੱਸਾ ਕੌਮ, ਆਪਦੇ ਆਪ ਨੂੰ ਕਿਹਾ ਵੀ ਸਿੱਖ ਕੌਮ ਆ ਜਿਹੜੇ ਸਾਨੂੰ ਤੀਜੀ ਧਿਰ ਸੀ ਜੀ, ਸਾਨੂੰ ਵੀ ਹਿੱਸਾ ਦਿਓ। ਚਲੋ ਇੱਕ ਸਟੇਜ ਤੇ ਆ ਕੇ ਉਹ ਕਹਿੰਦੇ ਵੀ ਠੀਕ ਆ। ਈਵਨ ਉਸ ਵੇਲੇ ਕਮਿਊਨਿਸਟ ਵੀ ਇਸ, ਹਾਲਾਂਕਿ ਰਸ਼ੀਆ 'ਚ ਇਨਕਲਾਬ, ਆਪਾਂ ਪਹਿਲਾਂ ਵੀ ਸ਼ਾਇਦ ਇਹ ਗੱਲ ਕੀਤੀ ਸੀ ਵੀ ਰਸ਼ੀਆ 'ਚ ਇਨਕਲਾਬ ਆ ਗਿਆ ਸੀ, ਫੈਡਰਲਿਜ਼ਮ ਆ ਗਿਆ ਸੀ, ਕੌਮਾਂ ਦਾ ਆਪੇ ਨਿਰਣੇ ਦੇ ਹੱਕ ਦੀ ਗੱਲ ਇਹ ਆ ਗਈ ਸੀ। ਪਰ ਇੱਥੇ ਇਹਨਾਂ ਨੇ ਵੀ ਸਿੱਖ ਹੋਮਲੈਂਡ ਦੇ ਹੱਕ 'ਚ ਹਾਂ ਦਾ ਨਾਰਾ ਭਰਤਾ।
ਉਸ ਵੇਲੇ ਤੋਂ ਲੈ ਕੇ ਨਾ ਇਹ ਇੱਕ ਸਿੱਖ ਜਿਹਨੂੰ ਮੇਰੇ ਹਿਸਾਬ ਨਾਲ ਇਹ ਕਲੀਹੋਂ ਲੈ ਗਏ ਸਿਆਸੀ ਤੌਰ ਤੇ। ਇਸੇ ਕਰਕੇ ਇਹਨਾਂ ਨੇ ਮਤਲਬ ਦੇਸ਼ ਪੰਜਾਬ ਦੀ ਵੰਡ ਪ੍ਰਵਾਨ ਕਰ ਲਈ। ਨਹੀਂ ਤਾਂ ਇਹ ਵੀ ਕਹਿ ਸਕਦੇ ਸੀ ਵੀ ਅਸੀਂ ਜਿੱਥੇ ਬੈਠੇ ਆ ਉੱਥੇ ਹੀ ਰਹਿਣਾ। ਮਤਲਬ ਉਹ ਸਿਆਸੀ ਤੌਰ ਤੇ ਉਹ ਜਿਹੜੀ ਇੱਕ ਚੀਜ਼ ਹੈ ਨਾ ਵੀ ਸਾਡਾ ਦੇਸ਼ ਹੁੰਦਾ ਸੀ। ਆਪਾਂ ਹੁਣ ਦੇਖਿਆ ਅਸੀਂ ਤਾਂ ਮਤਲਬ ਕਿਸੇ ਕਵੀ ਨੇ ਵੀ ਕਿਹਾ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ, ਉਵੇਂ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ। ਜਾਂ ਉਦੋਂ ਬਾਅਦ 47 ਤੋਂ ਬਾਅਦ ਜੱਡਾ ਉਜਾੜਾ ਹੋਇਆ, ਮਤਲਬ ਆਮ ਗਿੱਧਿਆਂ 'ਚ ਬੋਲੀਆਂ ਪੈਂਦੀਆਂ ਸੀ ਉਹਨਾਂ ਦੀ ਭਾਸ਼ਾ 'ਚ। ਪਤਾ ਨਹੀਂ ਆ ਨਹੀਂ ਕੁੜੀਏ ਜਾ ਨਹੀਂ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਗੋਗੇ, ਨਹੀਂ ਬਾਹਮਣਾਂ ਦਾ ਰਾਜ ਆ ਗਿਆ, ਸਿੱਖ ਰਹਿ ਗਏ ਕਸ਼ਹਿਰਿਆਂ ਜੋਗੇ। ਮਤਲਬ ਕਿਉਂਕਿ ਹਿੰਦੂ ਸਿੱਖ ਮੁਸਲਿਮ ਇਸ ਐਂਗਲ ਤੋਂ ਦੇਖਿਆ ਜਾ ਰਿਹਾ ਸੀ। ਸੋ ਇਸ ਕਰਕੇ ਮੌਜੂਦਾ ਮੁਲਕ ਦੇ ਵਿੱਚ ਜਦੋਂ ਇਹ ਤੁਰਿਆ ਸੀ ਕੰਮ, ਇੰਡੀਆ ਦੇ ਯੂਨੀਅਨ ਆਫ ਸਟੇਟਸ ਰਾਜਾਂ ਦਾ ਸੰਘ ਆ, ਪਰ ਹੌਲੀ ਹੌਲੀ ਰਾਜਾਂ ਦਾ ਸੰਘ ਮੇਸਦੇ ਗਏ, ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਹੁੰਦਾ, ਜਿਹਦੇ ਵਿੱਚੋਂ ਅਨੰਦਪੁਰ ਦਾ ਮਤਾ ਨਿਕਲਿਆ, ਜਿਹਦੇ ਵਿੱਚੋਂ ਫੈਡਰਲ ਸਿਆਸਤ ਦੀ ਗੱਲ ਨਿਕਲੀ। ਕਿਉਂਕਿ ਫੈਡਰਲਿਜ਼ਮ ਅੱਡ ਅੱਡ ਮੁਲਕਾਂ 'ਚ ਅੱਡ ਅੱਡ ਆ। ਜੇ ਇੱਕ ਦੇਸ਼ ਹੋਵੇ, ਬਿਲਕੁਲ ਇੱਕ ਇਤਿਹਾਸ ਹੋਵੇ, ਇੱਕ ਬੋਲੀ ਹੋਵੇ, ਇੱਕ ਸੱਭਿਆਚਾਰ ਹੋਵੇ, ਫੈਡਰਲਿਜ਼ਮ ਦੀ ਤਾਂ ਫੇਰ ਵੀ ਲੋੜ ਆ, ਤਾਕਤਾਂ ਦੇ ਵਿਕੇਂਦਰੀਕਰਨ ਦੀ ਫੇਰ ਵੀ ਲੋੜ ਆ। ਪਰ ਭਾਰਤ ਦੇ ਮੁਲਕ ਦੇ ਵਿੱਚ ਫੈਡਰਲਿਜ਼ਮ ਦਾ ਮਤਲਬ ਇਹ ਆ ਕੌਮਾਂ ਨੂੰ ਖੁਦ ਮੁਖਤਿਆਰੀ ਦੇਣੀ, ਕੌਮਾਂ ਨੂੰ ਉਹਨਾਂ ਦੇ ਵੱਧ ਹੱਕ ਦੇਣੇ। ਜੰਮੂ ਕਸ਼ਮੀਰ ਟਾਈਪ ਅਪ ਕਹਿ ਲਈਏ, ਆਨੰਦਪੁਰ ਦਾ ਮਤਾ ਕਹਿ ਲਈਏ। ਹੁਣ ਕਮਿਊਨਿਸਟ ਆ ਜਿਹੜੇ ਉਹ ਸ਼ਰੇਆਮ ਉਹਨਾਂ ਦੇ ਸਾਰੇ ਸਿਧਾਂਤਾਂ 'ਚ ਲਿਖਿਆ ਹੋਇਆ ਵੀ ਇੰਡੀਆ ਇਜ਼ ਨਾਟ ਏ ਨੇਸ਼ਨ, ਭਾਰਤ ਆ ਜਿਹੜਾ ਬਹੁ ਕੌਮੀ ਦੇਸ਼ ਆ ਤੇ ਕੌਮਾਂ ਨੂੰ ਆਪਾਂ ਨਿਰਣੇ ਦਾ ਹੱਕ ਆ। ਪਰ ਇਸ ਮਾਮਲੇ ਤੇ ਉਹਨਾਂ ਨੇ ਆਪ ਕਦੇ ਸੋਚਿਆ ਹੋਵੇ, ਅਗਵਾਈ ਕੀਤੀ ਹੋਵੇ ਜਾਂ ਇਹਨੂੰ ਟੱਚ ਕੀਤਾ ਹੋਵੇ? ਜਾਣੀ ਤਿੰਨ ਵੱਡੇ ਸਵਾਲ ਆ ਜਿਹੜੇ ਭਾਰਤ ਦੀ ਵਿਸ਼ੇਸ਼ਤਾ ਵੀ ਇਹ ਬਹੁ ਕੌਮੀ ਦੇਸ਼ ਆ, ਨੰਬਰ ਇੱਕ ਇੱਥੇ ਜਿਹੜੀ ਭਾਰਤੀ ਰਾਸ਼ਟਰਵਾਦ ਬਣਾਇਆ ਜਾ ਰਿਹਾ ਉਹਦਾ ਆਧਾਰ ਮਤਲਬ ਸੋਸ਼ਲ ਬੇਸ ਆ ਜਿਹੜਾ ਹਿੰਦੂਤਵ ਨੂੰ ਬਣਾਇਆ ਜਾ ਰਿਹਾ, ਜਿਹਦੇ ਵਿੱਚੋਂ ਧਾਰਮਿਕ ਘੱਟ ਗਿਣਤੀਆਂ ਦਾ ਮੁੱਦਾ ਆਉਂਦਾ। ਤੀਜਾ ਜਾਤ ਪਾਤ ਦਾ ਮਸਲਾ। ਜਾਣੀ ਤਿੰਨੇ ਮਸਲਿਆਂ ਨੂੰ ਸਹੀ ਤਰੀਕੇ ਨਾਲ ਸੰਬੋਧਿਤ ਨਾ ਹੋਣ ਕਰਕੇ ਫਿਰ ਜਿਹਨੂੰ ਜਿਵੇਂ ਲੱਗਦਾ ਉਹਨੇ ਤਾਂ ਉਸੇ ਤੇ ਨਹੀਂ ਲੜਨਾ ਨਾ ਜੀ। ਸਿੱਖਾਂ ਨੂੰ ਜੇ ਆਪਾਂ ਸਿੱਖਾਂ ਨੂੰ ਕਹੀਏ ਵੀ ਤੁਸੀਂ ਕਮਿਊਨਿਸਟਾਂ ਵਾਂਗੂ ਸੋਚੋ, ਕਮਿਊਨਿਸਟਾਂ ਵਾਂਗੂ ਲੜੋ, ਉਹ ਨਹੀਂ ਲੜਨਗੇ। ਇਸ ਤਰ੍ਹਾਂ ਮੁਸਲਮਾਨ ਨਹੀਂ ਲੜਨਗੇ। ਕਮਿਊਨਿਸਟਾਂ ਨੂੰ ਇੱਕ ਸਹੀ ਸਮਝ ਹੈ ਇਹਦੇ ਬਾਰੇ, ਜੇ ਉਹ ਸਾਹਮਣੇ ਲੈ ਕੇ ਆਉਣਗੇ, ਲੋਕਾਂ ਨੂੰ ਸਿੱਖਿਅਤ ਕਰਨਗੇ, ਫਿਰ ਸਹੀ ਰਾਹ ਪੈ ਸਕਦੇ ਆ। ਇਹੀ ਲਹਿਰਾਂ ਨੇ ਜਿਹੜਾ ਆਪਾਂ ਇਨਕਲਾਬ ਦੀ ਗੱਲ ਕਰਦੇ ਆ, ਮਨੁੱਖ ਤੋਂ ਮਨੁੱਖ ਲੁੱਟ ਦੀ ਗੱਲ ਕਰਦੇ ਆ, ਜਾਂ ਬਾਬਾ ਨਾਨਕ ਮਲਕ ਭਾਗੋ ਤੇ ਭਾਈ ਲਾਲੋਆਂ ਦੀ ਗੱਲ ਕਰਦਾ, ਤੇ ਉਹੋ ਜਿਹਾ ਸਮਾਜ, ਉਹੋ ਜਿਹਾ ਕਲਿਆਣਕਾਰੀ ਰਾਜ ਸਿਰਜਿਆ ਜਾ ਸਕਦਾ। ਜਾਣੀ ਇਹ ਆਪਣੇ ਰਾਜ ਦੀ ਹੂਕ ਆ, ਸਾਡਾ ਰਾਜ ਵੀ ਚਾਹੀਦਾ। ਇਹਦੇ ਵਿੱਚੋਂ ਜੋ ਅੱਜ ਦੀ ਹਾਲਤ ਦੇ ਅਨੁਸਾਰ, ਇੱਕ ਵਾਰ ਮੈਂ ਕਿਸੇ ਤੋਂ ਸੁਣ ਰਿਹਾ ਸੀ ਵੀ ਜਦੋਂ ਵੰਡ ਹੋ ਗਈ ਉਦੋਂ ਬਾਅਦ ਸਿੱਖਾਂ ਨੇ ਸੋਚਿਆ ਵੀ ਇਹ ਤਾਂ ਕਹਿੰਦੇ ਸੀ ਉੱਤਰ 'ਚ ਖਿੱਤਾ ਦੇਵਾਂਗੇ, ਕੋਈ ਗੱਲ ਬਣੀ ਨਹੀਂ। ਹਾਲਾਂਕਿ ਭੀਮ ਰਾਓ ਦੇ ਆਪਦੇ ਵਿਚਾਰ ਬੜੇ ਕਈ ਮਾਮਲਿਆਂ ਤੇ ਕਸੂਤੇ ਨੇ, ਪਰ ਕਿਹਾ ਜਾਂਦਾ ਵੀ ਉਹਨੇ ਸਿੱਖ ਲੀਡਰਾਂ ਨੂੰ ਸਲਾਹ ਦਿੱਤੀ ਵੀ ਹੁਣ ਖਿੱਤੇ ਖੁੱਤੇ ਵਾਲੀ ਗੱਲ ਛੱਡੋ, ਆਹ ਸੂਬੇ ਬਣ ਰਹੇ ਨੇ ਬੋਲੀ ਦੇ ਆਧਾਰ ਤੇ, ਉਹੋ ਜਿਹਾ ਸੂਬਾ ਬਣਾ ਲਓ। ਫਿਰ ਇਹ ਪੰਜਾਬੀ ਸੂਬੇ ਦਾ ਬਣਾਉਣ ਦੀ ਗੱਲ ਚੱਲੀ। ਜਿਹੜੇ ਮਕਸਦ ਖਾਤਰ ਪੰਜਾਬੀ ਸੂਬਾ ਬਣਾਇਆ ਉਹ ਵੀ ਰੁਲ ਗਿਆ। ਸੋ ਇਸ ਕਰਕੇ ਇਹ ਭਾਵਨਾ ਜਿਹੜੀ ਆਜ਼ਾਦੀ ਦੀ, ਬਰਾਬਰੀ ਦੀ, ਆਪਦੇ ਰਾਜ ਦੀ, ਜਿਹਨੂੰ ਉਹ ਪੰਜਾਬ ਦੇ ਵਿੱਚ ਉੱਠ ਰਹੀ ਹੈ ਜ਼ੋਰ ਨਾਲ, ਅੱਡ ਅੱਡ ਰੂਪਾਂ 'ਚ ਉੱਠ ਰਹੀ ਹੈ। ਖਾਲਿਸਤਾਨ ਦੀ ਜਿਹੜੀ ਮੰਗ ਆ, ਇਹ ਕੀ ਇਹਦੇ ਬਿਨਾ ਪੰਜਾਬ ਅਧੂਰਾ? ਕਿੰਨੀ ਕੁ ਵਾਜਬ ਲੱਗਦੀ ਹੈ ਇਹ ਗੱਲ? ਨਹੀਂ, ਮੈਂ ਤਾਂ ਖਾਲਿਸਤਾਨ ਦੇ ਕਨਸੈਪਟ ਨਾਲੇ ਸਹਿਮਤ ਨਹੀਂ, ਮੈਂ ਮੰਗ ਨਾਲੇ ਸਹਿਮਤ ਨਹੀਂ। ਮੈਂ ਤਾਂ ਕਹਿੰਦਾ ਪੰਜਾਬੀ ਕੌਮ ਦਾ ਮਸਲਾ ਇਹ। ਜਦੋਂ ਤੁਸੀਂ ਦੇਸ਼ ਪੰਜਾਬ ਦੀ ਗੱਲ, ਪੰਜਾਬੀ ਕੌਮ ਦੀ ਗੱਲ ਕਰਦੇ ਹੋ, ਫਿਰ ਸਾਡੀਆਂ ਤਾਰਾਂ ਜੁੜਦੀਆਂ ਨੇ ਨਾ ਨਨਕਾਣੇ ਨਾਲ। ਮਤਲਬ ਇਕੱਲਾ ਸਵਾਲ ਸਾਡਾ ਇਹ ਨਹੀਂ ਵੀ ਗੁਰਧਾਮਾਂ ਦੇ ਦਰਸ਼ਨ ਦਿਦਾਰੇ, ਇਹ ਵੀ ਬਹੁਤ ਅਹਿਮ ਮੰਗ ਆ। ਉਸ ਮੌਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਜੋ ਨਵਜੋਤ ਸਿੰਘ ਸਿੱਧੂ ਨੇ ਪ੍ਰਵਚਨ ਉਸਾਰਿਆ ਸੀ, ਉਹ ਪ੍ਰਵਚਨ ਫਿਰ ਸਾਡਾ ਬਣਦਾ। ਫਿਰ ਉਹਦੇ ਵਿੱਚੋਂ ਜਦੋਂ ਅਸੀਂ ਕਹਿ ਦਿੰਦੇ ਇੰਨੇ ਕਰੋੜ ਪੰਜਾਬੀ ਪਾਕਿਸਤਾਨ 'ਚ ਨੇ, ਚਲੋ ਬੋਲੀ ਦਾ, ਧਰਮ ਦਾ, ਲਿਪੀ ਦਾ ਕੋਈ ਫਰਕ ਹੈਗਾ, ਫਿਰ ਆਪਸੀ ਏਕਤਾ ਦੀ ਗੱਲ, ਸਾਂਝ ਦੀ ਗੱਲ, ਪਿਆਰ ਦੀ ਗੱਲ ਉਹ ਨਿਕਲਦੀ ਹੈ ਉਹਦੇ ਵਿੱਚੋਂ। ਅਸਲ ਰਾਹ ਤਾਂ ਉਹੀ ਆ। ਉਸੇ ਰਾਹ ਦੇ ਵਿੱਚੋਂ ਫਿਰ ਜਿਵੇਂ ਕਿਸਾਨ ਅੰਦੋਲਨ ਨੇ ਭਾਈਚਾਰਾ ਉਸਾਰਿਆ ਸੀ, ਅੰਦੋਲਨ ਦੀ ਤਾਕਤ ਨਾਲ ਜਿਵੇਂ ਵਿਪ ਜਾਰੀ ਕੀਤੇ ਸੀ, ਤੇ ਜਿਵੇਂ ਕਿਹਾ ਸੀ ਵੀ ਤੁਹਾਨੂੰ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀਂ, ਉਹ ਆਪਦੇ ਆਪ 'ਚ ਰਾਜਾਂ ਦੇ ਹੱਕ ਤੋਂ ਖੜ ਕੇ ਗੱਲ ਹੁੰਦੀ ਹੈ ਨਾ ਜੀ। ਫਿਰ ਉਹ ਡਾਇਰੈਕਸ਼ਨ ਆ ਜਿਹੜੀ ਉਹ ਸੇਧ ਆ, ਉਹਦੇ ਨਾਲ ਫੈਡਰਲ ਇੰਡੀਆ ਸਿਰਜਿਆ ਜਾਣਾ ਚਾਹੀਦਾ। ਜਿਹੜਾ ਕਨਫੈਡਰਲ ਇੰਡੀਆ ਦੀ ਗੱਲ ਆ, ਜਿਵੇਂ ਅੰਮ੍ਰਿਤਸਰ ਐਲਾਨਨਾਮੇ ਦੇ ਵਿੱਚ ਆ, ਉਹ ਵੀ ਕਹੇਗੀ ਆ, ਉਹ ਵੀ ਡੈਮੋਕ੍ਰੈਟਿਕ ਸਿਆਸਤ ਆ। ਉਹਨੂੰ ਵੀ ਤੁਸੀਂ ਇਹ ਲੜਾਈ ਦਾ ਤਰੀਕਾ ਕੀ ਹੋਵੇ, ਵੱਡੀ ਗੱਲ ਇਹ ਆ। ਮੌਜੂਦਾ ਯੁੱਗ ਦੇ ਵਿੱਚ ਲੜਾਈ ਦਾ ਤਰੀਕਾ ਕੀ ਹੋਵੇ, ਉਹ ਕਿਸਾਨ ਅੰਦੋਲਨ ਨੇ ਜੋ ਉਭਾਰਿਆ, ਅੱਜ ਦੁਨੀਆ 'ਚ ਵੀ ਉਹੀ ਸਫਲ ਹੋ ਰਿਹਾ ਤੇ ਇੱਥੇ ਵੀ ਉਹੀ ਉਭਾਰਨਾ ਚਾਹੀਦਾ। ਜਿਹੜੀ ਇਹ ਹਥਿਆਰਾਂ ਦੇ ਵਿਚਾਰਾਂ ਦੀ ਗੱਲ ਆ ਨਾ, ਇਹ ਜਿਵੇਂ ਸਾਖੀਆਂ ਦੇਖੋ, ਰਾਗੀ ਢਾਡੀ ਉਹਨਾਂ ਦੇ ਤਾਂ ਜਜ਼ਬਾਤ ਉਭਾਰਨੇ ਹੁੰਦੇ ਆ,
ਤੇ ਜ਼ਰੂਰੀ ਵੀ ਹੁੰਦੀ ਆ, ਜਿਹੜੀਆਂ ਵਾਰਾਂ ਹੁੰਦੀਆਂ ਨੇ, ਜਿਹੜੀਆਂ ਆਪਾਂ ਉਹ ਕਹਿ ਦਈਏ, ਉਹਨਾਂ ਨੇ ਜਾਂ ਕਥਾਵਾਚਕਾਂ ਨੇ ਇੱਕ ਸਿੱਖੀ ਦਾ ਵੱਖਰੀ ਤਰ੍ਹਾਂ ਦਾ ਪ੍ਰਵਚਨ ਲੋਕਾਂ ਦੇ ਮਨ 'ਚ ਬਣਾਤਾ। ਉਹਨਾਂ ਨੂੰ ਉਹੀ ਗੱਲਾਂ ਲੱਗਦਾ ਵੀ ਜਿਵੇਂ ਇਹ ਸਿੱਖੀ ਆ। ਇਸੇ ਕਰਕੇ ਜਿਹੜੀ ਗੁਰਬਾਣੀ ਆ, ਸਿੱਖੀ ਸਿਧਾਂਤ ਆ, ਉਹਦੇ ਵਿੱਚ ਜਿਹੜਾ ਖੋਟ ਲਾਇਆ ਗਿਆ ਜਾਂ ਵਿਗਾੜ ਪੈਦਾ ਕੀਤਾ ਗਿਆ, ਜਿਹੜਾ ਸਾਨੂੰ ਉਲਝੇ ਰਾਹਾਂ ਨੂੰ, ਉਜੜੇ ਰਾਹਾਂ ਨੂੰ ਤੋਰਦਾ, ਉਹਨਾਂ ਨੂੰ ਦੂਰ ਕਰਨ ਦੀ ਵੀ ਲੋੜ ਆ। ਅੱਛਾ, ਜਿਵੇਂ ਮਾਲੀ ਸਾਹਿਬ ਤੁਸੀਂ ਵੀ ਕਈ ਵਾਰੀ ਗੱਲਬਾਤ ਕਰਦੇ ਦੌਰਾਨ ਕਹਿੰਦੇ ਹੁੰਦੇ ਹੋ ਕਿ ਖਾਲਿਸਤਾਨੀਆਂ ਨੂੰ ਹੁਣ ਨਵੀਆਂ ਸ਼ਹੀਦੀਆਂ ਦੀ ਲੋੜ ਆ। ਇਹ ਗੱਲ ਕਿਉਂ ਆ? ਇਹ ਕਿੱਥੋਂ ਆਈ ਗੱਲ? ਇਹ ਕਿਉਂ ਸ਼ਹੀਦੀਆਂ ਦੀ ਲੋੜ ਆ ਉਹਨਾਂ ਨੂੰ ਲੱਗਦੀ? ਹਾਂ, ਉਹ ਜਦੋਂ ਤੁਸੀਂ ਇੱਕ ਹੋਰ ਲੈਵਲ ਦੀ ਗੱਲ ਕਰਦੇ ਹੋ ਨਾ ਜੀ, ਕਿਉਂਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ, ਉਦੋਂ ਬਾਅਦ ਬਹੁਤ ਵੱਡੀ ਨੌਜਵਾਨਾਂ ਦੀ ਮਾਰਕਾਟ ਹੋਈ। ਉਹਦੇ ਰਿਐਕਸ਼ਨ 'ਚੋਂ 5 ਮੈਂਬਰੀ ਕਮੇਟੀ ਨੇ ਐਲਾਨ, ਖਾਲਿਸਤਾਨ ਨੂੰ ਅੱਜ ਤੱਕ ਨਾ ਸਰਬੱਤ ਖਾਲਸਾ ਨੇ, ਨਾ ਈਵਨ ਸੰਤ ਭਿੰਡਰ ਵਾਲਿਆਂ ਨੇ, ਈਵਨ ਨਾ ਦੀਪ ਸਿੱਧੂ ਨੇ ਕਦੇ ਕਹਿੰਦੇ ਠੀਕ ਆ ਇਹ ਗੱਲ ਹੈਗੀ ਆ, ਪਰ ਇਹ 'ਚੋਂ ਕੱਢਾਂਗੇ ਕੀ, ਇਹ 'ਚੋਂ ਮਿਲੂ ਕੀ? ਸੋ ਇਸ ਕਰਕੇ ਖਾਲਿਸਤਾਨ ਦਾ ਉਸ ਤਰ੍ਹਾਂ ਦਾ ਪ੍ਰਚਾਰ ਹੈ ਨਹੀਂ। ਉਦੋਂ ਜੋ ਕੁਝ ਹੋਇਆ, ਜਿਵੇਂ ਖਾਲਿਸਤਾਨ ਦੇ ਨਾਂ ਤੇ ਫਿਰ ਉਹ ਸਾਰੇ ਕਾਸੇ ਵਰਤਾਂਤ ਨੂੰ ਵਰਤਿਆ ਗਿਆ, ਤੇ ਉਹਦੇ ਵਿੱਚੋਂ ਜੋ ਫੰਡ ਇਕੱਠੇ ਹੋਏ, ਜੋ ਖਰਚੇ ਹੋਏ, ਜੋ ਸਾਰਾ ਕੁਝ ਹੋਇਆ, ਉਹਦੇ ਵਿੱਚੋਂ ਕਈਆਂ ਨੇ ਆਪਦੇ ਹੱਥ ਵੀ ਰੰਗੇ, ਕਈਆਂ ਨੇ ਲੋਕਾਂ ਦੀ ਸਹਾਇਤਾ ਵੀ ਕੀਤੀ ਹੋਊ। ਐਂ ਤਾਂ ਨਹੀਂ ਵੀ ਸ਼ਹੀਦ ਪਰਿਵਾਰ ਨੇ ਜਿਹੜੇ ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ, ਕਿਸੇ ਦਾ ਘੱਟ ਦਿੱਤਾ ਵੱਧ ਦਿੱਤਾ, ਕਈ ਉਹਨਾਂ ਦਾ ਲਾਹਾ ਲੈ ਕੇ ਬਾਹਰ ਸੈਟਲ ਵੀ ਹੋ ਗਏ। ਮਤਲਬ ਰਾਜਸੀ ਸ਼ਰਨ ਹੁੰਦੀ ਹੀ ਆ, ਮਤਲਬ ਜਦੋਂ ਕੋਈ ਲਹਿਰ ਚੱਲਦੀ ਆ ਉਹਦੇ ਆਧਾਰ ਤੇ ਦੂਜੇ ਦੇਸ਼ਾਂ 'ਚ ਰਾਜਸੀ ਸ਼ਰਨ ਮਿਲ ਜਾਂਦੀ ਆ। ਈਵਨ ਇਨਕਲਾਬੀ ਲਹਿਰਾਂ ਨੇ ਜਿਹੜੇ, ਉਹਨਾਂ ਦੇ ਆਗੂ ਵੀ ਬਾਹਰਲੇ ਦੇਸ਼ਾਂ 'ਚ ਰਾਜਸੀ ਸ਼ਰਨ ਲੈਂਦੇ ਰਹੇ ਨੇ, ਲੈਨਨ ਵਰਗੇ ਵੀ ਬਾਹਰਲੇ ਦੇਸ਼ਾਂ 'ਚ ਰਹੇ ਨੇ। ਸੋ ਇਹ ਤਾਂ ਕੋਈ ਉੱਪਰੀ ਗੱਲ ਨਹੀਂ। ਪਰ ਹੁਣ ਜਦੋਂ ਤੁਸੀਂ ਜਿਹੜਾ ਅੰਦੋਲਨ ਚੱਲ ਨਹੀਂ ਰਿਹਾ, ਜਿਹਦਾ ਕੋਈ ਵਰਤਾਂਤ ਨਹੀਂ, ਜਿਹਦੇ ਨਾਲ ਲੋਕਾਂ ਦੀ ਲਾਮਬੰਦੀ ਨਹੀਂ, ਜਿਹਦੇ ਵਿੱਚ ਸਿਰਫ ਇਹੀ ਗੱਲ ਆ ਅਸੀਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਉਹ ਵਰਤਾਂਤ ਅਸਲ 'ਚ ਮੱਠਾ ਪੈ ਗਿਆ। ਇੰਨੇ ਸਾਲਾਂ ਦੇ ਅਮਲ 'ਚ ਸਾਬਤ ਹੋ ਗਿਆ ਵੀ ਉਹਦੇ ਵਿੱਚੋਂ ਕੱਢਣ ਕਢਾਉਣ ਨੂੰ ਕੁਛ ਹੈ ਨਹੀਂ। ਕੁਛ ਧਿਰਾਂ ਦੇ ਆਪਦੇ ਜਿਹਨੂੰ ਨਿੱਜੀ ਸਵਾਰਥ ਬਣ ਗਏ। ਇਹ ਵਪਾਰ ਨਾਲ ਵੀ ਜੁੜ ਗਿਆ, ਇਹ ਦੁਕਾਨਦਾਰੀ ਨਾਲ ਵੀ ਜੁੜ ਗਿਆ। ਜਿਵੇਂ ਹੁਣ ਲੰਗਰ ਦੀ ਗੱਲ ਆ, ਲੰਗਰ ਦੀ ਗੱਲ ਬਹੁਤ ਵੱਡੀ ਆ, ਮਹੱਤਤਾ ਵਾਲੀ ਗੱਲ ਆ। ਹੁਣ ਲੰਗਰ ਦਾ ਕਨਸੈਪਟ ਨੂੰ ਇੱਕ ਹੋਰ ਤਰ੍ਹਾਂ ਬਣਾਤਾ, ਹੋਰ ਤਰ੍ਹਾਂ ਇਹ ਵਪਾਰ ਵੀ ਬਣ ਗਿਆ। ਜਿਵੇਂ ਰਵੀ ਸਿੰਘ ਖਾਲਸਾ ਏਡ ਵਾਲੇ ਤੇ ਕਿੰਨੇ ਸਵਾਲ ਉੱਠਦੇ ਨੇ, ਜਦੋਂ ਵੀ ਕੋਈ ਅੰਦੋਲਨ ਉੱਠਦਾ ਉਹਦਾ ਜਿਹੜਾ ਦਖਲ ਹੁੰਦਾ ਹਮੇਸ਼ਾ ਹੀ ਪੁੱਠਾ ਹੁੰਦਾ। ਕਿਸਾਨ ਅੰਦੋਲਨ ਵੇਲੇ ਵੀ ਉਹਨੇ ਉਹ ਦੂਜਿਆਂ ਨੂੰ ਕਿਹਾ ਨੌਜਵਾਨਾਂ ਨੂੰ ਸੰਭਾਓ ਜੀ ਤੁਸੀਂ। ਹੁਣ ਵੀ ਜਿਵੇਂ ਉਹ ਬੋਲ ਰਿਹਾ ਜੋ ਆ ਅੰਮ੍ਰਿਤਪਾਲ ਸਿੰਘ ਦਾ ਵਰਤਾਰਾ, ਕਿਉਂਕਿ ਉਹਦੇ ਖਾਤਰ ਗਵਾਉਣ ਨੂੰ ਕੁਛ ਨਹੀਂ। ਜਿਹੜੇ ਬਾਹਰਲੇ ਨੇ ਨਾ ਜੀ, ਉਹਨਾਂ ਖਾਤਰ ਗਵਾਉਣ ਨੂੰ ਤਾਂ ਕੁਛ ਹੈ ਨਹੀਂ, ਮੁਨਾਫਾ ਜਿੰਨਾ ਇਹ ਹੋ ਜੂ। ਸੋ ਇਸੇ ਕਰਕੇ ਮੈਂ ਕਹਿਣਾ ਵੀ ਉੱਥੇ ਕਈ ਲੋਕ ਤਾਂ ਇਹੋ ਜਿਹੇ ਨੇ ਜਿਹੜੇ ਚਾਹੁੰਦੇ ਨੇ ਰਾਜਸੀ ਸ਼ਰਨ ਲੈਣੀ ਹੈ, ਮਤਲਬ ਜਿਨ੍ਹਾਂ ਨੇ ਆਪਣੀ ਉੱਥੇ ਸਿੱਕਾ ਜਮਾਉਣਾ, ਉਹ ਗੁਰਦੁਆਰਿਆਂ 'ਚ ਸਿਆਸਤ ਕਿਉਂ ਕਰਦੇ ਨੇ, ਬਾਹਰ ਕਿਉਂ ਨਹੀਂ ਆਉਂਦੇ? ਜੋ ਉੱਥੋਂ ਦੀ ਸਿਆਸਤ ਆ ਉਹੀ ਜੀ ਜਥੇਬੰਦੀ ਗੁਰਦੁਆਰਿਆਂ ਤੇ ਲੜਾਈਆਂ। ਅੱਜ ਹੁਣੇ ਮੈਂ ਖਬਰ ਪੜ੍ਹ ਰਿਹਾ ਸੀ ਕਿ ਸੈਕਰਾਮੈਂਟੋ ਗੁਰਦੁਆਰੇ 'ਚ ਗੋਲੀ ਚੱਲੀ, 2 ਜ਼ਖਮੀ ਹੋ ਗਏ, ਸ਼ਾਇਦ 1 ਦੀ ਮੌਤ ਹੋ ਗਈ। ਇਹ ਸਾਡਾ ਸਿੱਖਾਂ ਦਾ ਪਹਿਲਾਂ ਵੀ ਦਿਖਾਂਤ ਰਿਹਾ। ਅਸੀਂ ਗੁਰਦੁਆਰੇ 'ਚ ਸਿਆਸਤ ਕੇਂਦਰਿਤ ਕਰਤੀ। ਠੀਕ ਆ, ਗੁਰਦੁਆਰੇ ਆਜ਼ਾਦ ਕਰਾਉਣੇ ਸੀ, ਮਹਾਨਤਾ ਤੋਂ ਲੋੜ ਸੀ, ਪਰ ਇੱਕ ਸਿਆਸੀ ਲੜਾਈ ਲੜਨੀ ਸੀ ਜਿਹੜੀ ਸਾਡਾ ਆਪ ਦੇ ਦੇਸ਼ ਉਸਾਰਨ ਦੀ। ਉਹ ਦੇਸ਼ ਤੇ ਤੁਸੀਂ ਕਲੇਮ ਕਰਦੇ, ਫਿਰ ਤੁਹਾਨੂੰ ਕੀ ਮਿਲਦਾ ਜਾਂ ਉਹ ਲੜਾਈ ਕਿੱਧਰ ਨੂੰ ਵੱਧਦੀ, ਉੱਧਰ ਨੂੰ ਵਧਣੀ ਚਾਹੀਦੀ ਸੀ। ਸੋ ਇਹ ਭਟਕਾਓ ਆ ਮੇਰੇ ਹਿਸਾਬ ਨਾਲ। ਇਸੇ ਕਰਕੇ ਮੈਂ ਕਹਿਣਾ ਵੀ ਹਾਲਤ ਕੀ ਆ, ਤੁਸੀਂ ਜਿਹੜਾ ਵੀ ਇਹ ਗੱਲ ਕਰ, ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਮੌਕੇ ਇਹਨਾਂ ਨੇ ਵੀ ਕਿਹਾ ਸੀ ਹਥਿਆਰ ਲਓ ਜੀ, ਤੇ ਉਦੋਂ ਇਹ ਸਾਰੀਆਂ ਗੱਲਾਂ ਲੱਗ ਰਹੀਆਂ ਸੀ ਵੀ ਇਹ ਅੰਮ੍ਰਿਤਪਾਲ ਦੇ ਵਰਤਾਰੇ ਨੂੰ ਹਵਾ ਦੇ ਰਹੇ ਨੇ। ਉਧਰੋਂ ਅੰਮ੍ਰਿਤਪਾਲ ਜੋ ਕੁਝ ਕਹਿ ਰਿਹਾ ਸੀ, ਅਕਾਲ ਤਖਤ ਦਾ ਜਥੇਦਾਰ ਵੀ ਉਹ ਕਹਿ ਰਿਹਾ ਸੀ। ਅੱਜ ਉਹੀ ਜਥੇਦਾਰ ਇਹ ਕਹਿ ਰਿਹਾ, ਪੇਸ਼ ਹੋ ਜਾਣਾ ਚਾਹੀਦਾ ਜੀ ਅੰਮ੍ਰਿਤਪਾਲ ਨੂੰ ਵੀ ਤੂੰ ਜਥੇਦਾਰ ਆ, ਕੌਮ ਦੀ ਗੱਲ ਕਰ, ਕੌਮ ਦੀ ਸਮੱਸਿਆ ਕੀ ਆ, ਕੌਮ ਦੀ ਲੋੜ ਕੀ ਆ, ਕਰਨਾ ਕੀ ਚਾਹੀਦਾ। ਹੁਣ ਤੁਹਾਡੇ ਸਾਹਮਣੇ ਸੱਦਾ ਤਾਂ ਇਹ ਦਿੱਤਾ ਸੀ ਵੀ ਪੰਜਾਬ 'ਤੇ ਇੱਕ ਜ਼ੁਲਮ ਦੀ ਹਨੇਰੀ ਚੱਲ ਰਹੀ ਆ, ਐਂ ਹੋ ਰਹੀ ਆ, ਆਓ ਇਹਦੇ ਬਾਰੇ ਆਪਾਂ ਸੋਚੀਏ, ਕੁਝ ਵਿਚਾਰੀਏ। ਵੱਡਾ ਪੰਥਕ ਇਕੱਠ ਸੀ, ਜਿਹਨੂੰ ਸਰਕਾਰ ਨਾਲ ਗੱਲਬਾਤ ਚੱਲੀ ਉਹਨੂੰ ਹੇਠਾਂ ਲਿਆਂਦਾ ਵੀ ਇਹ ਤਾਂ 100 ਕੁ ਬੰਦਿਆਂ ਦਾ ਗਿਣਵਾ ਇਕੱਠ ਆ, ਸੰਪਰਦਾਵਾਂ। ਉਹ ਸਾਧ ਲੜਨਗੇ ਜ਼ੁਲਮ ਦੇ ਖਿਲਾਫ, ਡੇਰੇਦਾਰ ਲੜਨਗੇ, ਸਿਆਸੀ ਬੰਦਿਆਂ ਨੂੰ ਕਹਿੰਦਾ ਆਉਣ ਨਾ। ਸੋ ਇਸ ਕਰਕੇ ਭਟਕਾ, ਸੰਸਥਾਵਾਂ ਦਾ ਵੀ ਭਟਕਾ, ਸੰਸਥਾਵਾਂ ਤੇ ਜਿਹੜੇ ਕਾਬਜ ਵਿਅਕਤੀ ਨੇ ਉਹਨਾਂ ਦੀ ਸੋਚ ਦਾ ਵੀ ਭਟਕਾ। ਉਹ ਅਸਲ 'ਚ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹਿੱਲੀ ਹੋਈ ਆ, ਜਾਣੀ ਜੋ ਸਮਾਜੀ ਹਕੀਕਤ ਆ ਨਾ ਉਹਨੂੰ ਉਹ ਪੜ੍ਹ ਨਹੀਂ ਰਹੇ। ਮੇਰੇ ਯਾਦ ਆ ਨਾ, ਇੱਕ ਵਾਰ ਯੂਨੀਵਰਸਿਟੀ ਦੇ ਵਿੱਚ ਬਹਿਸ ਹੋ ਰਹੀ ਸੀ ਟੌੜਾ ਸਾਹਿਬ ਬਾਰੇ ਵੀ ਯਾਰ ਉਹਨਾਂ ਦੀ ਪੜ੍ਹਾਈ ਕੀ ਆ, ਉਹਨਾਂ ਦੀ ਲਿਆਕਤ ਕੀ ਆ, ਇੰਨੀ ਤੀਖਣ ਬੁੱਧੀ ਕਿਵੇਂ ਆ, ਉਹਨਾਂ ਦੀ ਪਾਰਖ ਨਜ਼ਰ ਕਿਵੇਂ ਆ। ਗੱਲਾਂ ਚੱਲਦੀਆਂ ਇੱਕ ਪ੍ਰੋਫੈਸਰ ਸਾਹਿਬ ਨੇ ਕਿਹਾ ਟੌੜਾ ਸਾਹਿਬ ਨੂੰ ਜ਼ਿੰਦਗੀ ਦੀ ਕਿਤਾਬ ਪੜ੍ਹਨੀ ਆਉਂਦੀ ਆ। ਜਿਹੜਾ ਜ਼ਿੰਦਗੀ ਦੀ ਕਿਤਾਬ ਪੜ੍ਹਨੀ ਸਿੱਖ ਜੇ ਨਾ ਉਹ ਕਈ PhDਆਂ ਕਰ ਜਾਂਦਾ। ਸੋ ਜਿਹੜੀ ਜ਼ਿੰਦਗੀ ਦੀ ਹਕੀਕਤ ਆ ਨਾ, ਇਹਨੂੰ ਪੜ੍ਹਨ 'ਚ ਫੇਲ ਹੋ ਰਹੇ ਨੇ ਸਿਆਸੀ ਪਾਰਟੀਆਂ ਵੀ, ਸਿਆਸਤਦਾਨ ਵੀ,
ਧਾਰਮਿਕ ਆਗੂ ਵੀ, ਜਿਹਦੇ ਕਰਕੇ ਉਲਟੀਆਂ ਪਲਟੀਆਂ ਮਾਰ ਰਹੇ ਨੇ। ਉਹੀ ਹਰਸਿਮਰਤ ਕੌਰ 5 ਦਿਨ ਪਹਿਲਾਂ ਕਹਿ ਰਹੀ ਸੀ ਫੜ ਕਿਉਂ ਨਹੀਂ ਰਹੇ, ਉਹ ਐਂ ਚੈਲੰਜ ਕਰ ਰਿਹਾ ਮੈਂ ਭਾਰਤ ਦਾ ਨਾਗਰਿਕ ਨਹੀਂ, ਜਿਵੇਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇਹ ਬਹੁਤ ਬਕਵਾਸ ਕਰਦੀ ਸੀ ਸਿਆਸੀ ਤੌਰ ਤੇ। ਜਦੋਂ ਆਹ ਗੱਲ ਹੋ ਗਈ ਨਾਲ ਦੀ ਨਾਲ ਉਦੋਂ ਉਲਟ ਜਮੀ 180 ਦਰਜੇ, ਹਾਂ ਜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਜ਼ੁਲਮ ਦਾ ਕਹਾੜਾ ਵਹਾਤਾ ਪੰਜਾਬ ਤੇ, ਜੇ ਕਰਤਾ ਉਹ ਕਰਤਾ। ਇਹ ਉਲਟਬਾਜ਼ੀਆਂ ਲਾ ਕੇ ਸਾਖਾਂ ਨਹੀਂ ਬਚਦੀਆਂ ਹੁੰਦੀਆਂ। ਸਾਖ ਬਹਾਲ ਹੋਣੀ, ਬਚਾਉਣੀ ਜਾਂ ਜ਼ਮੀਨ ਤੇ ਪੈਰ ਜਮਾਉਣੇ, ਉਹਦੇ ਖਾਤਰ ਇੱਕ ਸਹੀ ਜਾਇਜ਼ੇ ਦੀ ਲੋੜ ਆ, ਸਹੀ ਜੱਜਮੈਂਟ ਦੀ ਲੋੜ ਆ। ਅਜਮੇਰ ਸਿੰਘ ਆ, ਮੈਨੂੰ ਕਈ ਵਾਰ ਹਾਸੀ ਆਉਂਦੀ ਆ, ਜਦੋਂ ਅਜਨਾਲਾ ਕਾਂਡ ਹੋਇਆ ਉਹਦੇ ਬਾਰੇ ਮੈਂ ਇੱਕ ਵਿਆਖਿਆ ਦਿੱਤੀ ਜੋ ਮੇਰੀ ਅਕਲ ਸੀ ਵੀ ਇਹ ਬੜੀ ਖਤਰਨਾਕ ਚੀਜ਼ ਆ ਜਿਹੜੀ ਤੁਸੀਂ ਵੜਕਾ ਮਾਰਦੇ ਹੋ ਨਾ, ਥਾਣੇ ਤੇ ਹਮਲੇ ਦਾ ਕੋਈ ਮਤਲਬ ਹੁੰਦਾ। ਤੁਸੀਂ ਦੇਖੋ ਨਕਸਲੀ ਲਹਿਰ ਵੇਲੇ ਚਮਕੌਰ ਸਾਹਿਬ ਥਾਣੇ ਤੇ ਹਮਲਾ ਹੋਇਆ ਸੀ, ਉਦੋਂ ਬਾਅਦ ਇਹ ਚੁਗਣ ਲੱਗ ਗਏ ਨਕਸਲੀਆਂ ਨੂੰ। ਮਹਾਤਮਾ ਗਾਂਧੀ ਨਾਲ ਸਾਡੇ 100 ਮਤਭੇਦ ਨੇ, ਜਦੋਂ ਲਹਿਰ ਉੱਠ ਰਹੀ ਸੀ, ਚੋਰਾ ਚੋਰੀ ਦੀ ਘਟਨਾ ਹੋਈ ਸੀ, ਉਹਨੇ ਸਾਰੀ ਲਹਿਰ ਵਾਪਸ ਲੈ ਲਈ ਸੀ। ਤੁਹਾਨੂੰ ਕਈ ਗੱਲਾਂ ਦਾ ਅਸੈਸਮੈਂਟ ਹੁੰਦੀ ਆ ਕੀ ਆ, ਤੇ ਉਹ ਕਹਿੰਦਾ ਸੀ, ਕਹਿੰਦਾ ਅਜਨਾਲੇ ਕਾਂਡ ਨੂੰ ਉਹ ਲੋਕ ਗਲਤ ਕਹਿੰਦੇ ਨੇ ਜਿਨ੍ਹਾਂ ਤੇ ਕਦੇ ਜਵਾਨੀ ਓ ਨਹੀਂ ਆਈ, ਉਹ ਲੋਕ ਗਲਤ ਕਹਿੰਦੇ ਨੇ ਜਿਨ੍ਹਾਂ ਨੇ ਕਦੇ ਸਟੇਟ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖਿਆ। ਅੰਮ੍ਰਿਤਪਾਲ ਜਿਵੇਂ ਬੋਲ ਰਿਹਾ ਸੀ ਉਦੋਂ ਪੁਲਿਸ ਵਾਲਿਆਂ ਨੂੰ, ਉਹਦੀ ਉਹ ਪ੍ਰਸ਼ੰਸਾ ਕਰ ਰਿਹਾ ਸੀ। ਆ ਹੁਣ ਉਹਦੀ ਨਵੀਂ ਵੀਡੀਓ ਆਈ ਆ, ਹੁਣ ਮੈਂ ਹਾਲੇ ਸੁਣੀ ਨਹੀਂ ਆਇਆ, ਪਤਾ ਨਹੀਂ ਹੁਣ ਨਵਾਂ ਪ੍ਰਵਚਨ ਉਹ ਕੀ ਰਚਦਾ, ਕਿਹੜੇ ਪਤਲੇ ਰਾਹ ਰਾਹੀਂ ਨਿਕਲਣ ਦੀ ਗੱਲ ਕਰਦਾ। ਮਤਲਬ ਬਰੋਲਿਆਂ ਦਾ ਸਾਥ ਦੇਣਾ, ਮਤਲਬ ਜਿਵੇਂ ਜਿੱਧਰ ਨੂੰ ਹਨੇਰੀ ਜੀ ਉੱਠੀ ਉਧਰ ਲ ਕਰਨ ਲੱਗ ਜਾਣੀ। ਇਹੀ ਸਿਆਸਤਦਾਨ ਕਰ ਰਹੇ ਨੇ ਜਿਹੜੇ ਉਖੜੇ ਹੋਏ ਨੇ, ਇਹੀ ਬੁੱਧੀਜੀਵੀ ਕਰ ਰਹੇ ਨੇ। ਜੇ ਅਕਾਲ ਤਖਤ ਦਾ ਜਥੇਦਾਰ ਉਹਦੇ ਤਾਂ ਗੋਲ ਗੱਲ ਕਰਤੀ ਅਜਨਾਲਾ ਕਾਂਡ ਬਾਰੇ, ਤੇ ਜੇ ਉਦੋਂ ਉਹਨੇ ਸਖਤ ਪੋਜੀਸ਼ਨ ਲਈ ਹੁੰਦੀ ਤੇ ਅੰਮ੍ਰਿਤਪਾਲ ਨੂੰ ਬੁਲਾਇਆ ਹੁੰਦਾ ਵੀ ਜਿਹੜਾ ਢੰਗ ਤੂੰ ਵਰਤਣ ਲੱਗ ਗਿਆ ਇਹ ਨਹੀਂ ਚੱਲਣਾ, ਇਹਦੇ ਸਾਨੂੰ ਬਹੁਤ ਨੁਕਸਾਨ ਨੇ। ਹੋ ਸਕਦਾ ਘਟਨਾਵਾਂ ਦਾ ਦੌਰ ਕਿਸੇ ਹੋਰ ਪਾਸੇ ਨੂੰ ਹੁੰਦਾ। ਫਿਰ ਜਦ ਫਿਰ ਕਮੇਟੀ ਬਣਾਤੀ ਜੀ 15 ਦਿਨ, ਉਹਨੇ 3 ਘੰਟੇ 'ਚ ਰਿਪੋਰਟ ਦੇਤੀ, ਤੇ ਉਹ ਰਿਪੋਰਟ ਹਾਲੇ ਤੱਕ ਨਹੀਂ ਕਿਸੇ ਨੂੰ ਪਤਾ, ਉਹਦੇ ਦਸਖਤ ਨਹੀਂ ਹੈਗੇ ਜੀ। ਕੰਮ ਤੇ ਪਾਓ ਮਿੱਟੀ ਜਿਵੇਂ ਕਮੇਟੀ ਹੁੰਦੀ ਹੈ, ਇਹੀ ਜੀ ਹਾਲਤ ਸਾਡੀ ਬਣੀ ਹੋਈ ਆ। ਸੋ ਸਾਰਿਆਂ ਨੂੰ ਨਾ ਮੈਨੂੰ ਇਹ ਲੱਗਦਾ ਜਿਵੇਂ ਕਹਿੰਦੇ ਆਪਣੇ ਗਿਰਵਾਨ ਮੇ ਸਿਰ ਨੀਮੰਤ ਕਰ ਦੇਖ, ਸਾਰਿਆਂ ਨੂੰ ਦੇਖਣ ਦੀ ਲੋੜ ਆ। ਸੱਚ ਆ ਜਿਹੜਾ ਕਿਸੇ ਦੇ ਪੱਲੇ ਨਹੀਂ ਹੈ, ਨਾ ਇਕੱਲੇ ਮਾਲੀ ਦੇ ਪੱਲੇ ਆ। ਸੱਚ ਨਿੱਤਰੂ ਉਦੋਂ ਜਦੋਂ ਸੰਵਾਦ ਚੱਲੂ, ਤੇ ਸੰਵਾਦ ਨੂੰ ਬੰਦ ਕਰਾਉਣ ਖਾਤਰ ਸਾਰਾ ਕੁਝ ਕੀਤਾ ਜਾ ਰਿਹਾ, ਜਾਂ ਆਪਣੀਆਂ ਗਲਤੀਆਂ ਕਰਕੇ ਅਸੀਂ ਸੰਵਾਦ ਨੂੰ ਤਰਜੀਹ ਨਹੀਂ ਦੇ ਰਹੇ। ਤੇ ਉਹ ਤੁਹਾਡੇ ਵਾਲੀ ਉਹ ਗੱਲ ਆ ਜਿਹਦੇ ਕੋਲੇ ਜੋ ਆ ਉਹ ਕਹਿੰਦਾ ਆਹੀ ਸੱਚ ਆ। ਇਹ ਅਸਲ 'ਚ ਬੜਾ ਭਰਮ ਆ, ਇਹ ਮੰਨਣਾ ਚਾਹੀਦਾ ਵੀ ਸੱਚ ਖਿੰਡਿਆ ਹੋਇਆ। ਜਿਵੇਂ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦਾ ਸੱਚ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਇਕੱਠਾ ਕਰਕੇ ਲਿਆਂਦਾ, ਇੱਕ ਸੱਚ ਦੇਖਣ ਦੀ ਜਾਂਚ ਸਿਖਾਤੀ। ਉਦੋਂ ਬਾਅਦ ਜੋ ਵੀ ਨਵਾਂ ਸੱਚ ਆਉਂਦਾ ਉਹਦੀ ਰੋਸ਼ਨੀ 'ਚ ਅਸੀਂ ਉਹਨੂੰ ਕਿਉਂ ਨਹੀਂ ਹਾਸਲ ਕਰ ਸਕਦੇ ਜੀ। ਜੇ ਬਾਬਾ ਨਾਨਕ ਨੇ ਕਿਹਾ ਮਲਕ ਭਾਗੋ ਤੇ ਇਹ ਕਿਰਤ ਦੀ ਲੁੱਟ ਦੀ ਗੱਲ ਕੀਤੀ, ਜੇ ਮਾਰਕਸ ਨੇ ਉਹ ਤਰਕੀਬ ਦੱਸਤੀ ਵੀ ਕਿਰਤ ਦੀ ਲੁੱਟ ਹੁੰਦੀ ਕੀ ਤੇ ਕਿਵੇਂ ਆ, ਇੱਕ ਦੂਜੇ ਦੇ ਵਿਰੋਧੀ ਥੋੜੋ ਨੇ। ਜਾਂ ਬਾਬੇ ਨਾਨਕ ਨੇ ਕਿਹਾ ਵੀ ਇਹੋ ਜਿਹਾ ਰਾਜ ਸਿਰਜਣਾ ਚਾਹੀਦਾ ਜਿੱਥੇ ਵਿਤਕਰਾ ਨਾ ਹੋਵੇ, ਇਹ ਨਾ ਹੋਵੇ, ਇਹ ਨਾ ਹੋਵੇ। ਜੇ ਮਾਰਕਸ ਜਾਂ ਭਗਤ ਸਿੰਘ ਇਹ ਕਹਿੰਦਾ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਕਰਨੀ ਆ, ਇਹਨਾਂ ਦਾ ਆਪਸੀ ਵਿਰੋਧ ਨਹੀਂ। ਜਾਣੀ ਮੇਰਾ ਤਾਂ ਵੱਡਾ ਸਵਾਲ ਇਹ ਆ, ਤਬਦੀਲੀ ਦੀਆਂ ਜਿਹੜੀਆਂ 2 ਫਲਸਫੇ ਨੇ, ਬਾਬਾ ਗੁਰੂ ਨਾਨਕ ਦਾ ਤੇ ਮਾਰਕਸ ਦਾ, ਇਹਨੂੰ ਸਾਰਿਆਂ ਨੂੰ ਅਧਿਐਨ ਕਰਨਾ ਚਾਹੀਦਾ। ਇਹਨਾਂ 'ਚ ਸਾਂਝ ਕੀ ਆ, ਬਖਰੇਵੇਂ ਕੀ ਆ, ਉਹ ਨਿਤਾਰਨੇ ਚਾਹੀਦੇ ਨੇ ਹਕੀਕੀ ਰੂਪ ਦੇ ਵਿੱਚ। ਫਿਰ ਉਹੀ ਧਾਰਨਾ ਸਾਂਝ ਕਰੀਜੇ ਗੁਣਾ ਕਰੀ ਛੋੜਾ ਵਗਣ ਚੱਲੀਏ, ਜਿਵੇਂ ਕਿਸਾਨ ਅੰਦੋਲਨ ਨੇ ਦੱਸਤਾ। 29 ਜਥੇਬੰਦੀਆਂ 64 ਜਥੇਬੰਦੀਆਂ ਸਾਰੇ ਇਕੱਠੇ ਹੋਏ ਸੀ ਮਿੱਥ ਕੇ ਨਿਸ਼ਾਨੇ ਨੂੰ, ਤੇ ਸਫਲਤਾ ਨੇ ਉਹਨਾਂ ਦੇ ਪੈਰ ਚੁੰਮੇ। ਇਹ ਰਾਹ ਅਪਣਾਉਣ ਦੀ ਲੋੜ ਆ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ। ਜਿਵੇਂ ਕਿਸਾਨ ਅੰਦੋਲਨ ਦੀ ਤੁਸੀਂ ਗੱਲ ਕੀਤੀ ਹੈ ਜੀ, ਕਿਸਾਨ ਅੰਦੋਲਨ ਨੇ ਪੰਜਾਬ ਦੀ ਵੀ ਸਭੀ ਨੂੰ ਉੱਚਾ ਚੱਕਿਆ, ਖਾਸ ਕਰਕੇ ਸਿੱਖਾਂ ਦੀ ਵੀ ਚੜ੍ਹਤ ਬਣਾਈ ਕਿ ਹਾਂ ਸਿੱਖ ਇੱਦਾਂ ਦੇ ਹੁੰਦੇ ਆ। ਅੱਜ ਜਦੋਂ ਆਪਾਂ ਦੇਖਦੇ ਹਾਂ ਬਾਹਰ ਵਿਦੇਸ਼ ਦੇ ਵਿੱਚ ਇੱਕ ਗੁਰਦੁਆਰੇ ਦੇ ਸਾਹਮਣੇ ਇੱਕ ਹਿੰਦੂ ਨੂੰ ਘੇਰਿਆ ਜਾਂਦਾ, ਉਹਨੂੰ ਗਾਲਾਂ ਕੱਢੀਆਂ ਜਾਂਦੀਆਂ, ਤੇ ਇਹ ਵੀ ਹੁਣ ਬਾਰ-ਬਾਰ ਸੋਸ਼ਲ ਮੀਡੀਆ ਤੇ ਆ ਰਹੀ ਆ, ਬਾਹਮਣੀਆਂ ਨੂੰ ਚੱਕ ਕੇ ਲੈ ਜਾਓ, ਬਾਹਮਣੀਆਂ ਨੂੰ। ਸੋਸ਼ਲ ਮੀਡੀਆ ਤੇ ਇਹ ਗੱਲ ਫੈਲ ਰਹੀ ਆ। ਤਾਂ ਕੀ ਲੱਗਦਾ ਇਹ ਕੀ ਕਿਸਾਨ ਅੰਦੋਲਨ ਦੇ ਬਿਰਤਾਂਤ ਨੂੰ ਢਾਉਣ ਦੀ ਗੱਲ ਆ, ਜਾਂ ਇਹਦੇ ਹੋਰ ਵੀ ਕੋਈ ਵੱਡੇ ਖਤਰਨਾਕ ਸਿੱਟੇ ਨਿਕਲ ਸਕਦਾ ਜਿਹੜੀ ਵਿਦੇਸ਼ ਦੇ ਵਿੱਚ ਗੁਰਦੁਆਰੇ ਦੇ ਸਾਹਮਣੇ ਇਹ ਘਟਨਾ ਹੋਈ ਆ? ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ, ਹਿੰਦੂਆਂ ਨੇ ਕਹਿਤਾ ਹਿੰਦੂ ਕੌਮ ਬਣਦੀ ਆ, ਮੁਸਲਮਾਨਾਂ ਨੇ ਕਹਿਤਾ ਮੁਸਲਮਾਨ ਕੌਮ ਬਣਦੀ ਆ, ਸਿੱਖਾਂ ਨੇ ਕਹਿਤਾ ਸਿੱਖ ਕੌਮ ਬਣਦੀ ਆ। ਹਿੰਦੂ ਨਜ਼ਰੀਆ, ਹਿੰਦੂ ਫਲਸਫੇ ਦਾ ਨਜ਼ਰੀਆ, ਮੁਸਲਿਮ ਫਲਸਫੇ ਦਾ ਨਜ਼ਰੀਆ ਇੱਕ ਕਿਵੇਂ ਹੋ ਗਏ ਜੀ? ਤੁਸੀਂ ਜੇ ਉਹਨਾਂ ਦੀ ਉਹ ਬੋਲੀ ਬੋਲਣੀ ਆ, ਜੇ ਤੁਸੀਂ ਇਹੀ ਕਹਿਣਾ ਵੀ ਉਹ ਦੇਖੋ ਹਿੰਦੂ ਐਂ ਕਰਦੇ ਆ, ਉਹਨਾਂ ਨੂੰ ਤਾਂ ਕੁਝ ਕਹਿੰਦੇ ਨਹੀਂ, ਅਸੀਂ ਐਂ ਕਰਦੇ ਸਾਨੂੰ ਉਹਦੀ ਫੜ ਲੈਂਦੇ ਆ, ਫਿਰ ਸਾਡਾ ਵੱਖਰਾਪਣ ਕੀ ਹੋਇਆ, ਸਾਡਾ ਵਖਰੇਵਾਂ ਕੀ ਹੋਇਆ? ਇਸੇ ਕਰਕੇ ਮੈਂ ਕਿਹਾ ਨਾ ਇਹ ਰਿਐਕਸ਼ਨ ਦੀ ਪੋਲਿਟਿਕਸ ਆ। ਰਿਸਪੌਂਸ ਤਾਂ ਇਹ ਹੈ ਨਾ ਵੀ ਤੁਸੀਂ ਦੇਖੋ ਵੀ ਸਾਨੂੰ ਸਾਡਾ ਸਿੱਖ ਫਲਸਫਾ ਕੀ ਕਹਿੰਦਾ,
ਕਈਆਂ ਦੀਆਂ ਗੱਲਾਂ ਨੂੰ ਕਿਵੇਂ ਦੇਖਣਾ ਤੇ ਵਿਚਾਰਨਾ ਚਾਹੀਦਾ, ਜਾਂ ਕਮਿਊਨਿਸਟ ਫਲਸਫਾ ਕੀ ਕਹਿੰਦਾ, ਬਖਰੇਵਿਆਂ ਬਾਰੇ ਮਤਭੇਦਾਂ ਬਾਰੇ ਕੀ ਰਵੱਈਆ ਰੱਖਣਾ। ਗੁਰੂ ਸਾਹਿਬ ਨੇ ਤਾਂ ਇਹ ਕਿਹਾ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਪਰ ਨਾਲ ਸੰਵਾਦ ਦੀ ਗੱਲ ਕੀਤੀ ਹੈ। ਜਦੋਂ ਸੰਵਾਦ ਆ ਉਹੀ ਸਿੱਖ ਫਲਸਫੇ ਦੀ ਸ਼ਕਤੀ ਆ, ਸੰਵਾਦ ਤੇ ਅਮਲ ਦੇ ਵਿੱਚ ਢਾਲਣਾ, ਜਿਹਨੂੰ ਕਹੇ ਜੀਵਨ ਜਾਚ 'ਚ ਉਹਨੂੰ ਢਾਲਣਾ। ਇਹੀ ਹੋਰਾਂ ਫਲਸਫੇ, ਮੈਂ ਨਹੀਂ ਕਹਿੰਦਾ ਬਾਕੀ ਸਾਰੇ ਫਲਸਫੇ ਰੱਦ ਤਾਂ ਨਹੀਂ ਹੁੰਦੇ, ਉਹਨਾਂ 'ਚ ਵੀ ਕੋਈ ਤਾਕਤ ਤਾਂ ਹੋਊ ਜਿਹਦੇ ਕਰਕੇ ਇੰਨੀ ਦੁਨੀਆ ਮੰਨਦੀ ਆ, ਖੜੀ ਆ, ਪਰ ਫਿਰ ਵੀ ਸਾਂਝ ਕਰੀਜੇ ਗੁਣਾ ਕਰੀ ਵਾਲੀ ਗੱਲ ਆ ਜਿਹੜੀ। ਹੁਣ ਕਿਸਾਨ ਨੇ ਜੀ, ਮੇਰਾ ਬਹੁਤ ਸਪਸ਼ਟ ਐਲਾਨ ਆ ਵੀ ਜੋ ਵਰਤਾਂਤ ਕਿਸਾਨ ਅੰਦੋਲਨ ਨੇ ਸਿਰਜਿਆ ਉਹ ਕਿਸਾਨ ਆਗੂਆਂ ਦੀ ਸਮੂਹਕ ਸਿਆਣਪ ਨੇ ਸਿਰਜਿਆ, ਪਰ ਉਹ ਵਰਤਾਂਤ ਪੰਜਾਬ ਦੀ ਕਿਸਾਨ ਅੰਦੋਲਨ ਦੀ ਸਮਝ ਨਹੀਂ ਸੀ। ਉਦੋਂ ਵੀ ਇਹਨਾਂ ਨੂੰ ਪ੍ਰਵਾਨ ਨਹੀਂ ਸੀ, ਵੋਟ ਦੀ ਚੋਟ ਪ੍ਰਵਾਨ ਨਹੀਂ ਸੀ, ਜਿਹੜਾ ਕੇਂਦਰ ਨੂੰ ਕਾਨੂੰਨ ਬਣਾਉਣ ਦਾ ਹੱਕ ਆ ਉਹ ਨਹੀਂ ਸੀ, ਕਿਉਂਕਿ ਇਹ ਤਾਂ ਇੱਥੋਂ ਤੁਰੇ ਸੀ ਨਾ ਵੀ ਇੱਕ ਕਾਨੂੰਨ ਦੇ ਹੇਠਾਂ ਲਿਖ ਦਿਓ MSP ਪਹਿਲਾਂ ਵਾਂਗੂ ਜਾਰੀ ਰਹੂਗੀ। ਮੈਂ ਕਹਿੰਦਾ ਆਰਥਿਕਵਾਦੀ ਦਲਦਲ 'ਚ ਫਸਿਆ ਹੋਇਆ ਕਿਸਾਨ ਅੰਦੋਲਨ। ਹੁਣ ਐਡਾ ਵੱਡਾ ਤਜਰਬਾ ਪੰਜਾਬ ਦੀ ਕਿਸਾਨ ਆਗੂਆਂ ਨੂੰ ਉਹਨੂੰ ਆਤਮਸਾਤ ਕਰਨਾ ਚਾਹੀਦਾ ਨਾ ਜੀ। ਉਹਦੇ ਵਿੱਚ ਜਿਹੜੀ ਇਹਨਾਂ ਦੀ ਯੁੱਧ ਨੀਤੀ ਮਾਰਗ ਸੇਧ ਦੇ ਵੱਡੇ ਕੱਜ ਸਾਹਮਣੇ ਆ ਗਏ ਸੀ, ਉਹਨਾਂ ਨੂੰ ਦੇਖਣਾ ਚਾਹੀਦਾ ਨਾ ਜੀ। ਠੀਕ ਹੈ, ਕਿਸਾਨਾਂ ਨੇ ਕਿਸਾਨਾਂ ਦੇ ਹਿੱਤਾਂ ਖਾਤਰ ਲੜਨਾ, ਕਿਸਾਨਾਂ ਨੇ ਉਸ ਤਰ੍ਹਾਂ ਦੀ ਸਿਆਸੀ ਪਾਰਟੀ ਵਾਲਾ ਰੋਲ ਤਾਂ ਨਿਭਾਉਣਾ ਨਹੀਂ, ਪਰ ਬਾਘਾ ਬਾਰਡਰ ਖੋਲ੍ਹਣਾ ਤਾਂ ਕਿਸਾਨਾਂ ਦੇ ਹਿੱਤ ਦੀ ਗੱਲ ਆ ਨਾ ਜੀ। ਸਾਡੇ ਪੰਜਾਬ ਦੀ ਵੀ ਗੱਲ, ਹਰ ਇੱਕ ਕਹਿੰਦਾ ਵੀ ਆ ਕਿੰਨਾ ਫਰਕ ਪੈ ਜੂ ਤੁਹਾਡੇ ਆਰਥਿਕਤਾ ਦੇ ਵਿੱਚ, ਜਿਣਸਾਂ ਦੇ ਭਾਵਾਂ ਦੇ ਵਿੱਚ, ਵਪਾਰ ਦੇ ਵਿੱਚ, ਮਜ਼ਦੂਰੀ ਦੇ ਵਿੱਚ। ਹੁਣ ਅਗਰਾਹਾਂ ਸਾਹਿਬ ਨੂੰ ਪੁੱਛਿਆ ਕਿਸੇ ਨੇ ਵੀ ਬਾਘਾ ਬਾਰਡਰ ਬਾਰੇ ਤੁਹਾਡੀ ਕੀ ਪੋਜੀਸ਼ਨ, ਕਹਿੰਦੇ ਨਾ ਜੀ ਇਹ ਤਾਂ ਸਿਆਸੀ ਮਸਲਾ, ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿੰਦੇ। ਵੀ 3 ਕਾਨੂੰਨ ਗੈਰ ਸਿਆਸੀ, ਉਹ ਵੀ ਉਹ ਸਿਆਸਤੀ ਕੇਂਦਰੀਕਰਨ ਦੀ ਜਿਹਨੂੰ ਤੁਸੀਂ ਢਾਇਆ, ਇਹ ਕਹਿ ਢਾਇਆ ਵੀ ਤੁਹਾਨੂੰ ਇਹ ਕਰਨ ਦੇ ਹੱਕ ਨਹੀਂ। ਸੋ ਕਿਸਾਨ ਅੰਦੋਲਨ ਨੂੰ ਵੀ ਮਤਲਬ ਆਪਦੇ ਆਪ ਨੂੰ ਉਹਦੇ ਆਤਮਸਾਤ ਕਰਨਾ ਚਾਹੀਦਾ। ਹੁਣ ਇਹ ਉਧਰ ਤੁਰਨ ਦੀ ਥਾਂ ਇਹ ਆਪਸ 'ਚ ਝਾਟਮ ਝਿੱਟੀ ਹੋਈ ਜਾ ਰਹੇ ਨੇ। ਮਤਲਬ ਤੁਸੀਂ ਦੇਖੋ ਫਲਾਣੇ ਨੇ ਫਲਾਨੀ ਮੀਟਿੰਗ 'ਚ ਆ ਕਿਹਾ ਜੀ, ਫਲਾਨਾ ਪੈਸੇ ਖਾ ਗਿਆ ਜੀ, ਫਲਾਨਾ ਆਹ ਕਰ ਗਿਆ ਜੀ। ਇਹ ਕੋਈ ਸਿਆਣਪ ਵਾਲੀਆਂ ਗੱਲਾਂ ਥੋੜ੍ਹੋ ਆ। ਮਤਲਬ ਤੁਸੀਂ ਮੁੜ ਕੇ ਵੀ ਇਕੱਠੇ, ਉਹ ਕਹਿੰਦੇ ਹੁੰਦੇ ਆ ਨਾ ਵੀ ਅੱਡ ਹੋਣ ਵੇਲੇ ਇੰਨਾ ਕੁ ਖਿਆਲ ਰੱਖੋ, ਕਦੇ ਮੁੜ ਕੇ ਇਕੱਠੇ ਹੋਣਾ ਵੀ ਪੈ ਸਕਦਾ। ਸੋ ਇਸ ਪੱਖੋਂ ਜਦੋਂ ਮੈਂ ਕਹਿੰਦਾ ਬਹੁਤ ਕੰਗਾਲੀ ਛਾਈ ਹੋਈ ਆ ਪੰਜਾਬ 'ਚ, ਦੁਨੀਆ 'ਚ ਵੀ ਹੋਊਗੀ, ਆਲੇ ਦੁਆਲੇ ਵੀ ਹੋਊ। ਮੈਂ ਤਾਂ ਕਹਿੰਦਾ ਸਿੱਖਾਂ ਤੇ ਕਾਮਰੇਡਾਂ 'ਚ ਤਾਂ ਬਹੁਤ ਮਤਲਬ ਸਿਰ ਚੜ ਕੇ ਬੋਲ ਰਹੀ ਆ, ਜੋ ਮੈਨੂੰ ਦਿਸ ਰਿਹਾ ਜੀ। ਅੱਛਾ ਮਾਲੀ ਸਾਹਿਬ, ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚੋਂ ਕਾਫੀ ਹੁੰਗਾਰਾ ਭਰਮਾ ਮਿਲਿਆ, ਵਿਦੇਸ਼ਾਂ ਦੇ ਵਿੱਚੋਂ ਲੋਕ ਆ ਕੇ ਵੀ ਇੱਥੇ ਰਹੇ ਕਿਸਾਨ ਅੰਦੋਲਨ ਦੇ ਵਿੱਚ, ਉਹਨਾਂ ਨੂੰ ਲੱਗਿਆ ਯਾਰ ਜਿੱਤਣਾ ਚਾਹੀਦਾ ਹੈ ਨਾ। ਤੁਸੀਂ ਇਹ ਵੀ ਗੱਲ ਕੀਤੀ ਕਿ ਜਿੰਨੀਆਂ ਵੀ ਲਹਿਰਾਂ ਉੱਠਦੀਆਂ ਤੇ ਵਿਦੇਸ਼ਾਂ ਦੇ ਵਿੱਚੋਂ ਹੁੰਦਾ ਹੁੰਗਾਰਾ ਮਿਲਦਾ, ਪਰ ਨਾਲ ਤੁਸੀਂ ਇੱਕ ਦੁਕਾਨਦਾਰੀ ਦੀ ਗੱਲ ਕੀਤੀ ਆ ਕਿ ਵਿਦੇਸ਼ਾਂ ਦੇ ਵਿੱਚੋਂ ਦੁਕਾਨਦਾਰੀ ਵੀ ਚਲਾਉਂਦੇ ਆ, ਕਿ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਰਿਹਾ ਜੀ। ਕੀ ਉਹ ਸਿਰਫ ਸਿਆਸੀ ਸ਼ਰਨ ਲਈ ਆ ਜਾਂ ਕੋਈ ਹੋਰ ਵੀ ਹੈਗੇ ਵੱਡੇ ਰੂਪ? ਨਹੀਂ, ਇਕੱਲੀ ਇਹ ਗੱਲ ਨਹੀਂ। ਦੇਖੋ ਇਹਦੇ ਬਹੁਤ ਪੱਖ ਨੇ। ਜਦੋਂ ਆਪਾਂ ਕਹਿੰਦੇ ਵੀ ਦੁਕਾਨਦਾਰੀ ਚਲਾਉਂਦੇ ਨੇ, ਜਦੋਂ ਤੁਸੀਂ ਇਹਨੂੰ ਐਕਸਪਲੇਨ ਕਰਦੇ ਹੋ ਨਾ, ਉਹਦੇ ਵਿੱਚ ਜਦੋਂ ਤੁਸੀਂ ਇਹਦੀ ਵਿਆਖਿਆ ਕਰਦੇ ਹੋ ਨਾ ਜੀ, ਫਿਰ ਤੁਸੀਂ ਜਿਹੜੀ ਸਾਰੀ ਤਹਿਰੀਕ ਬਾਹਰ ਚਲਾ ਰਹੇ ਨੇ ਲੋਕ, ਫਿਰ ਤੁਸੀਂ ਉਹਨਾਂ ਦਾ ਰੋਲ ਦੇਖੋ ਉੱਥੇ ਵੀ ਗੁਰਦੁਆਰਿਆਂ ਤੇ ਕਬਜ਼ਿਆਂ ਖਾਤਰ ਕਿਉਂ ਲੜਾਈਆਂ ਹੁੰਦੀਆਂ ਜੀ। ਮਤਲਬ ਗੁਰਦੁਆਰਾ ਜਿਹਦਾ ਮਾਲਕ ਸੰਗਤ ਆ, ਗੁਰੂ ਦਾ ਦੁਆਰ ਆ, ਉੱਥੇ ਤੁਸੀਂ, ਇੱਥੇ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਆ, ਇੱਥੇ ਤੁਸੀਂ ਕਹਿੰਦੇ ਸਿਲੈਕਸ਼ਨ ਹੋਣੀ ਚਾਹੀਦੀ ਹੈ ਜੀ। ਮੈਂ ਕਹਿੰਦਾ ਸਿਲੈਕਸ਼ਨ ਦੇ ਨਾਲ ਵੀ ਇਲੈਕਸ਼ਨ ਹੋ ਸਕਦੀ ਹੈ, ਪਰ ਜਿੱਥੇ ਕੋਈ ਦਖਲ ਨਹੀਂ, ਸਰਕਾਰਾਂ ਦਾ ਕੋਈ ਦਖਲ ਨਹੀਂ, ਤੁਸੀਂ ਉੱਥੇ ਇੱਕ ਮਾਡਲ ਤਾਂ ਸਿਰਜ ਕੇ ਦਿਖਾਓ ਨਾ ਜੀ। ਮੈਂ ਤਰਲੋਚਨ ਸਿੰਘ ਦੀ ਇੱਕ ਗੱਲ ਸੁਣ ਰਿਹਾ ਸੀ, ਉਹ ਕਿਸੇ ਮੁਲਕ ਦੀ ਉਦਾਹਰਨ ਦੇ ਰਹੇ ਸੀ ਵੀ ਬਹੁਤ ਵੱਡਾ ਗੁਰਦੁਆਰਾ ਤੇ ਬਹੁਤ ਵੱਡੇ ਅਮੀਰ ਉੱਥੇ, ਵੀ ਉੱਥੇ ਸਿਸਟਮ ਕਿਹਾ ਜਾ। ਮਤਲਬ ਸਾਡਾ ਗੁਰਦੁਆਰਾ, ਜਦੋਂ ਤੁਹਾਡਾ ਧਰਮ ਪ੍ਰਚਾਰ ਵਪਾਰ ਬਣ ਜੇ, ਹੁਣ ਤੁਸੀਂ ਸ਼੍ਰੋਮਣੀ ਕਮੇਟੀ ਦੀ ਉਦਾਹਰਨ ਲੈ ਲਓ ਜੀ। ਜਥੇਦਾਰ ਨੇ ਕਿਹਾ ਸੀ PTC ਦੇ ਚੈਨਲ ਬੰਦ ਕਰੋ, ਇਹਦਾ ਆਪ ਦਾ ਚੈਨਲ ਸ਼ੁਰੂ ਕਰੋ, ਲੈ ਹੋਇਆ ਨਹੀਂ। ਇਹ ਕਿਉਂ ਨਹੀਂ ਹੋਇਆ ਜੀ? ਜਥੇਦਾਰਾਂ ਨੇ ਕਿਹਾ ਸੀ, ਹੁਕਮ ਦਿੱਤਾ ਸੀ ਵੀ ਜਥੇਦਾਰ ਨਿਯੁਕਤ ਕਰਨ ਦਾ ਫਾਰਮੂਲਾ ਕੀ ਹੋਵੇ ਤੇ ਹਟਾਉਣ ਦਾ ਕੀ ਹੋਵੇ ਤੈਅ ਕਰੋ, ਲੈ ਵਿਚਾਰੇ ਹੀ ਨਹੀਂ ਹੁਣ ਤੱਕ। ਮਤਲਬ ਇਹ ਬਾਹਰਲੇ ਨੇ ਜਿਹੜੇ, ਹੁਣ ਇੱਥੇ ਹੋ ਹੱਲਾ ਹੋਇਆ ਜੋ ਅਜਨਾਲੇ ਵਾਲਾ, ਹੁਣ ਬਾਹਰਲੇ ਵਾਲੇ ਜੋ ਉੱਥੇ ਕਰ ਰਹੇ ਨੇ ਉਹਨਾਂ ਨੂੰ ਫਰਕ ਕੋਈ ਨਹੀਂ ਪੈਣਾ। ਝੰਡਾ ਪਾੜਤਾ ਜੀ, ਝੰਡਾ ਲਾਤਾ ਜੀ, ਸ਼ੀਸ਼ੇ ਭੰਨਤੇ ਜੀ, ਅਗਲੇ ਨੇ ਉਦੋਂ ਵੱਡਾ ਝੰਡਾ ਲਾ ਲਿਆ। ਉਹਦੇ ਨਾਲ ਜੋ ਇੱਥੇ ਪ੍ਰਚਾਰ ਕਰ ਰਹੀ ਹੈ ਨਾ ਸਿੱਖਾਂ ਬਾਰੇ, ਜਿਹੜੀ ਕਿਸਾਨ ਅੰਦੋਲਨ ਦੀ ਛਵੀ ਉੱਭਰੀ ਸੀ, ਉਹਨੂੰ ਕਾਲ ਖਪੇਟ ਰਹੀ ਹੈ। ਉਹ ਤੇ ਇਹੋ ਜਿਹੇ ਹੱਲੇ ਗੁੱਲੇ ਉਹਨੂੰ ਸਹਾਈ ਹੁੰਦੇ ਨੇ। ਇਹਦਾ ਮੈਨੂੰ ਦੱਸੋ ਨਾ ਸਹੀ ਨਾ ਵੀ ਇਹਦਾ ਸਿਆਸੀ ਮਤਲਬ ਕੀ ਆ। ਫਿਰ ਜਦੋਂ ਮੈਂ ਕਹਿੰਦਾ ਤੁਸੀਂ, ਹੁਣ ਉਹਨਾਂ ਦੀ ਸਮੱਸਿਆ ਇਹ ਆ ਵੀ ਖਾਲਿਸਤਾਨ ਤੋਂ ਬਿਨਾਂ ਬਾਕੀ ਗੱਲ ਉਹਨਾਂ ਦੀ, ਜੇ ਬਾਕੀ ਗੱਲ ਕਰਨਗੇ ਫਿਰ ਜਾਂ ਫੈਡਰਲਿਜ਼ਮ ਦੀ ਗੱਲ ਕਰਨਗੇ, ਆਨੰਦਪੁਰ ਦੇ ਮਤੇ ਦੀ ਗੱਲ ਕਰਨਗੇ, ਫਿਰ ਉਹਨਾਂ ਨੂੰ ਦੂਜੀ ਪੋਲਿਟਿਕਸ ਦੇ ਵਿੱਚ ਆਉਣਾ ਪਊ, ਚੋਣ ਪੋਲਿਟਿਕਸ ਦੇ ਵਿੱਚ ਵੀ ਆਉਣਾ ਪਊਗਾ। ਹੁਣ ਇਹ ਰੈਫਰੈਂਡਮ ਆ ਜੀ, ਫਰੋਤੀ ਦੀ ਸਿਆਸਤ ਆ। ਉਹ ਬੰਦੇ ਜੇਲ੍ਹਾਂ 'ਚ ਜਾਈ ਜਾਂਦੇ ਨੇ। ਉਹਨੂੰ ਪੁੱਛਿਆ ਵੀ ਤੂੰ ਪੈਸੇ ਦੇ ਕੇ ਕਰਾਉਣਾ, ਕਹਿੰਦਾ ਹਾਂ।
ਕਹਿੰਦਾ ਫੌਜ ਨਹੀਂ ਭਰਤੀ ਕਰਦੇ ਮੁਲਕ ਦੀ ਰਾਖੀ ਲਈ, ਉਹਨਾਂ ਨੂੰ ਤਨਖਾਹ ਨਹੀਂ ਦਿੰਦੇ। ਮਤਲਬ ਤੁਹਾਡੇ ਕੋਲੇ ਕੋਈ ਦਲੀਲ ਕਿਸੇ ਕਿਸਮ ਦੀ ਤਾਂ ਹੋਵੇ। ਹੁਣ ਮਾਨ ਸਾਹਿਬ ਕਹਿੰਦੇ ਜੇ ਅੰਮ੍ਰਿਤਪਾਲ ਨੂੰ ਕੁਝ ਹੋ ਗਿਆ ਤਾਂ ਭਾਰਤ ਦੇ ਹਾਕਮ ਨੇ ਜਿਹੜੇ ਆਪਣੀ ਸਿਕਿਉਰਿਟੀ ਦਾ ਅਮਰੀਕਾ ਤੇ ਕੈਨੇਡਾ ਤੋਂ ਇੰਤਜ਼ਾਮ ਕਰ ਲੈਣ। ਹੁਣ ਇਹ ਬਿਆਨਾਂ ਦਾ ਕੋਈ ਪੋਲੀਟੀਕਲ ਮਤਲਬ ਹੈ? ਸੋ ਇਸ ਕਰਕੇ ਮੈਂ ਕਹਿੰਦਾ ਜਦੋਂ ਸ਼ੰਭੂ ਮੋਰਚਾ ਲੱਗਿਆ ਸੀ ਉਹਦੇ ਇੱਕ ਪਾਸੇ ਬੋਰਡ ਲੱਗਿਆ ਹੋਇਆ ਸੀ ਵਾਰਸ ਪੰਜਾਬ ਦੇ, ਉਹਦੇ ਹੇਠਾਂ ਇੱਕ ਫੋਨ ਨੰਬਰ ਸੀ। ਉਹ ਫੋਨ ਨੰਬਰ ਉਹੀ ਜਸਜੀਤ ਚੇਲੇ ਹੋਰਾਂ ਦਾ ਸੀ, ਜਿਹੜੇ ਅਮਰੀਕੀ ਸਿੱਖ ਕਾਕਸ ਨੇ ਨਾ ਜੀ, ਇਹ ਉਹਨਾਂ ਦੀ ਦੁਕਾਨਦਾਰੀ ਚਲਾਉਣ ਖਾਤਰ ਇਹ ਆ ਵੀ ਪੰਜਾਬ ਦੇ ਵਿੱਚ ਕੋਈ ਇਹੋ ਜਿਹੇ ਚੱਲਦਾ ਰਹੇ। ਇਹ ਅੱਛਾ ਇੱਥੇ ਵਾਲਿਆਂ ਨੂੰ ਵੀ ਫਿੱਟ ਬਹਿੰਦਾ। ਇਹਨਾਂ ਨੇ ਇੱਕ ਕਾਲੀ ਸੂਚੀ ਰੱਦ ਕਰਤੀ, ਬੁਲਾ ਕੇ ਮੀਟਿੰਗਾਂ ਕਰਕੇ SFJ ਨੂੰ ਬਲੈਕ ਲਿਸਟ ਕਰਕੇ ਫਿਰ ਉਹਦੇ ਨਾਲ ਜੋੜ ਕੇ ਇੱਕ ਨਵੀਂ ਕਾਲੀ ਸੂਚੀ ਤਿਆਰ ਕਰਤੀ। ਸੋ ਇਸ ਕਰਕੇ ਮੇਰਾ ਇਹ ਵੀ ਉਹ ਸਿਆਸਤ ਜਿਹੜੀ ਲੋਕਾਂ ਨੂੰ ਨਹੀਂ ਪਾਉਂਦੀ, ਲੋਕ ਉੱਤੇ ਲਾਮਬੰਦ ਨਹੀਂ ਹੋ ਰਹੇ, ਲੋਕ ਉਹਨਾਂ ਦੇ ਨਾਲ ਸਹਿਮਤ ਨਹੀਂ ਹੋ ਰਹੇ। ਤੁਸੀਂ ਜੇ ਵਾਰ-ਵਾਰ ਉੱਥੇ ਹੀ ਅੜ ਕੇ ਖੜੇ ਹੋ, ਇਹਦਾ ਮਤਲਬ ਤੁਹਾਡੇ ਲੋਕ ਹਿੱਤਾਂ ਨਾਲੋਂ ਨਿੱਜੀ ਹਿੱਤ ਜ਼ਿਆਦੇ ਨੇ। ਨਿੱਜ ਪ੍ਰਸਤੀ, ਪਰਿਵਾਰ ਪ੍ਰਸਤੀ ਬਾਦਲ 'ਚ ਇਹੀ ਆ ਨਾ ਜੀ ਜੋ ਕੁਝ ਹੋਇਆ। ਮਤਲਬ ਸਿਆਸਤ ਵਪਾਰ ਬਣਾ ਲਈ, ਧਰਮ ਦਾ ਪ੍ਰਚਾਰ ਵਪਾਰ ਬਣਾ ਲਿਆ। ਇਹ ਜੀ ਨਜ਼ਾਰੇ ਬਾਹਰ ਨੇ ਜੇ ਤੁਸੀਂ ਉਹਨਾਂ ਦੀਆਂ ਗੰਭੀਰ ਗੱਲਾਂ ਸੁਣੋ। ਹੁਣ ਮੈਂ ਬਾਹਲਾ ਤਾਂ ਨਹੀਂ ਕਹਿਣਾ ਚਾਹੁੰਦਾ, ਫਿਰ ਕਈ ਵਾਰ ਜ਼ਿਆਦਾ ਬਦਨਾਮੀ ਹੋ ਜਾਂਦੀ ਹੈ ਵੀ ਯਾਰ ਇਹ ਸਿੱਖਾਂ ਤੇ ਜ਼ਿਆਦਾ। ਪਰ ਮੈਂ ਇੱਕ ਗੱਲ ਕਹਿਣਾ, ਸਿੱਖਾਂ ਨੂੰ ਆਪਦੇ ਆਪ ਬਹੁਤ ਵੱਡੇ ਸੁਧਾਰ ਕਰਨ ਦੀ ਲੋੜ ਆ। ਜੇ ਇਹਨਾਂ ਨੇ ਸੁਧਾਰ ਨਾ ਕੀਤੇ ਨਾ, ਇਹਨਾਂ ਦੀ ਸ਼ਕਤੀ ਘਟਦੀ ਜਾਣੀ ਆ, ਜਿਵੇਂ ਘਟਦੀ ਜਾ ਰਹੀ ਆ ਇੱਕ ਸਿੱਖ ਦੇ ਤੌਰ ਤੇ। ਪਰ ਮੇਰਾ ਇਹ ਵੀ ਵਿਸ਼ਵਾਸ ਆ, ਜਿਵੇਂ ਹਰਮਨ ਦਾ ਗੀਤ ਆ, ਪੰਜਾਬ ਉਜਾੜਨ ਵਾਲੇ ਸਾਰੇ ਉੱਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਨਾਲ ਵਸਦਾ। ਬਾਬੇ ਗੁਰੂ ਨਾਨਕ ਦੇ ਫਲਸਫੇ ਦੀ ਐਡੀ ਧੱਕ ਆ ਕਿ ਇੱਥੇ ਜੇ ਇੱਕ ਪਿੰਡ ਦੇ ਵਿੱਚ ਨਾ ਦਲਿਤਾਂ ਦਾ ਬਾਈਕਾਟ ਕਰ ਦੇਣ, ਅੱਧਾ ਪੰਜਾਬ ਖਿਲਾਫ ਹੋ ਜਾਂਦਾ। ਇਹਦਾ ਕੀ ਮਤਲਬ ਵੀ? ਕਿਉਂਕਿ ਫਲਸਫਾ ਜਿਹੜਾ ਉਹ ਕਹਿੰਦਾ ਇਹ ਨਹੀਂ ਹੁਣ ਦੇਣੀ। ਤੁਹਾਡੀ ਆਹ ਲੜਾਈ ਆ ਮਾੜੀ ਮੋਟੀ ਪੈਸਿਆਂ ਦੀ ਦਿਹਾੜੀ ਦੀ, ਇਹਨੂੰ ਹੋਰ ਤਰ੍ਹਾਂ ਨਜਿੱਠੋ, ਇਹਨੂੰ ਗੁਰਦੁਆਰੇ ਨੂੰ ਇਹਨੂੰ ਨਾ ਤੁਸੀਂ ਵਰਤੋ। ਸੋ ਉਹ ਫਲਸਫਾ ਜਿਹੜਾ ਉਹ 'ਚ ਹਾਲੇ ਵੀ ਬਹੁਤ ਵੱਡੀ ਜਾਨ ਆ, ਜੇ ਉਹਨੂੰ ਚੰਗੀ ਤਰ੍ਹਾਂ ਸਮਝਿਆ ਤੇ ਗ੍ਰਾਸਪ ਕੀਤਾ ਜਾਵੇ, ਆਤਮਸਾਤ ਕੀਤਾ ਜਾਵੇ। ਮੈਂ ਇੱਕ ਗੱਲ ਲਾਸਟ ਗੱਲ ਕਹਿਣਾ, ਇੱਕ ਪੰਜਾਬੀ ਦੀ ਕਹਾਵਤ ਆ, ਚੜ ਜਾ ਬੱਚਾ ਸੂਲੀ ਰੱਬ ਭਲੀ ਕਰੂ। ਇਹਦਾ ਮਤਲਬ ਤੁਹਾਨੂੰ ਪਤਾ ਨਹੀਂ ਵਾਪਰੂ ਕੀ। ਚਲੋ ਅੰਮ੍ਰਿਤਪਾਲ ਤਾਂ ਹੁਣ ਚੜ ਗਿਆ ਸੂਲੀ, ਮੈਂ ਤਾਂ ਕਹਿੰਦਾ ਉਹਦੇ ਨਾਲ ਕਾਨੂੰਨੀ ਹੱਕ ਆ, ਉਹਦੇ ਕੁਚਲੇ ਜਾ ਰਿਹਾ ਜਿਵੇਂ ਹੋ ਰਿਹਾ, ਮੈਂ ਤਾਂ ਉਹਦੇ ਹੱਕ 'ਚ। ਪਰ ਉਹ ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੇ ਅੰਮ੍ਰਿਤਪਾਲ ਨੂੰ ਕਿਹਾ ਸੀ ਚੜ ਜਾ ਬੱਚਾ ਸੂਲੀ ਰੱਬ ਭਲੀ ਕਰੂ? ਉਹਨਾਂ ਦੀ ਪਛਾਣ ਕਰਨੀ ਜ਼ਰੂਰੀ ਆ। ਉਹ ਦੇਸ਼ ਦੇ ਵਿੱਚ ਵੀ ਨੇ, ਉਹ ਵਿਦੇਸ਼ਾਂ ਵਿੱਚ ਨੇ। ਉਹੀ ਤਾਕਤਾਂ ਦੀਪ ਸਿੱਧੂ ਵਰਤਾਰੇ ਦੇ ਮਗਰ ਸੀ। ਸੋ ਉਹਨਾਂ ਨੂੰ ਸਿਆਸੀ ਤੌਰ ਤੇ ਸਾਹਮਣੇ ਆਉਣਾ ਚਾਹੀਦਾ ਤੇ ਤੁਹਾਨੂੰ ਸਿਆਸੀ ਤੌਰ ਤੇ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ। ਉਹਨਾਂ ਨੂੰ ਜਵਾਬਦੇਹੀ ਚਾਹੀਦੀ ਹੈ ਨਾ। ਰੱਬ ਭਲੀ ਕਰੂ ਕਿਵੇਂ ਆ ਜੀ? ਪੰਜਾਬ ਤਾਂ ਮੈਂ ਤਾਂ ਜਿੱਦੇ ਗਿਆ ਸੀ ਭਗਵੰਤ ਮਾਨ 20 ਕੰਪਨੀ ਆ ਗਈਆਂ ਸੀ, ਮੈਂ ਬੰਨ ਲਓ ਹੁਣ ਚਿੱਤੜਾਂ ਤੇ ਲੋਗੜ, ਇਹ ਜਿਹੜੇ ਪਾਸੇ ਨੂੰ ਤੁਰ ਪਏ ਹੋਣਾ। ਤੇ ਉਹਨਾਂ ਨੂੰ ਐਂ ਲੱਗਦਾ ਵੀ ਸਾਡੀ ਸਿਆਸਤ ਸਹੀ ਹੋ ਗਈ, ਆਹ ਦੇਖੋ ਜੀ ਸਿੱਖਾਂ ਤੇ ਕਟਕ ਚੜ ਗਿਆ। ਇਹਦੇ ਨਾਲ ਤੁਹਾਡੀ ਸਿਆਸਤ ਸਹੀ ਹੋ ਵੀ ਜੇ ਸਾਡੇ ਤੇ ਵੱਧ ਜ਼ੁਲਮ ਹੋਊਗਾ? ਤੁਹਾਡੀ ਸਿਆਸਤ ਉਦੋਂ ਸਹੀ ਹੋ ਜਦੋਂ ਤੁਹਾਨੂੰ ਵੱਡਾ ਲੋਕ ਹੰਗਾਰਾ ਮਿਲੂ। ਸੋ ਇਹ ਚੜ ਜਾ ਬੱਚਾ ਸੂਲੀ ਕਹਿਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਨਾ, ਜਿਹੜਾ ਅੱਗ ਲਈ ਡੱਬੂ ਕੰਧ ਤੇ ਕਹਿੰਦੇ ਨੇ, ਉਹਨਾਂ ਦੀ ਵੀ ਲੋਕਾਂ ਨੂੰ ਸਿੱਖਾਂ ਨੂੰ ਪਛਾਣ ਕਰਨੀ ਜ਼ਰੂਰੀ ਆ। ਇੱਕ ਹੋਰ ਵੀ ਗੱਲ ਆਉਂਦੀ ਹੈ ਜੀ, ਜਿਵੇਂ ਅੰਮ੍ਰਿਤਪਾਲ ਹੁਣੀ ਵੀ ਆਪਣੀ ਗੱਲ 'ਚੋਂ ਕਹਿੰਦੇ ਸੀਗੇ, ਤਾਂ ਇੱਕ ਦੀਪ ਸਿੱਧੂ ਹੋਣਾ ਦੀ ਗੱਲ 'ਚੋਂ ਵੀ ਨਿਕਲਦਾ ਕਿ ਅਸੀਂ ਨਹੀਂ ਕੁਛ ਕਰ ਰਹੇ, ਸਾਡੇ ਤੋਂ ਤਾਂ ਅਕਾਲ ਪੁਰਖ ਕਰਾ ਰਿਹਾ, ਮਹਾਰਾਜ ਕਰਾ ਰਿਹਾ। ਗੱਲ ਕਿੱਥੋਂ ਆ ਰਹੀ ਹੈ, ਕੀ ਮਤਲਬ ਹੈ ਇਹ ਗੱਲ ਦੇ? ਇਹ ਜਦੋਂ ਤੁਸੀਂ ਨਾ ਬੌਧਿਕ ਤੌਰ ਤੇ ਕੰਗਾਲ ਹੁੰਨੇ ਹੋ, ਤੁਹਾਡੇ ਆਪ ਦੇ ਕੋਲੇ ਆਪਦੀ ਗੱਲ ਨੂੰ ਰੱਖਣ ਦਾ ਪੂਰਾ ਉਹ ਇੱਕ ਬਰਤਾਂਤ ਨਹੀਂ ਹੁੰਦਾ, ਉਹਨੂੰ ਬਾਜ ਬਿਠਾਉਣ ਦੀ ਕੋਈ ਗੱਲ ਨਹੀਂ ਹੁੰਦੀ, ਫਿਰ ਤੁਸੀਂ ਸਹਾਰਾ ਲੈਂਦੇ ਹੋ। ਇਹ ਇਕੱਲਾ ਇਹ ਨਹੀਂ, ਤੁਸੀਂ ਕੇਜਰੀਵਾਲ ਦੇਖ ਲਓ, ਤੁਸੀਂ ਜੋ ਦੀਪ ਸਿੱਧੂ ਨੇ ਉੱਥੇ ਕੀਤਾ ਸੀ, ਜਾਂ ਅਜਮੇਰ ਨੇ, ਜਾਂ ਉਧਮਪੁਰ ਨੇ, ਉਹ ਕਿੱਥੇ ਉਹਨਾਂ ਨੇ ਵੀ ਇਹੀ ਕੀਤਾ ਸੀ ਨਾ ਵੀ ਹੁਣ ਕਿਸਾਨ ਲੀਡਰ ਨੂੰ ਪਿੱਛੇ ਹਟ ਜਾਣਾ ਚਾਹੀਦਾ, ਹੁਣ ਸੰਗਤ ਫੈਸਲੇ ਕਰੂ, ਤੁਹਾਨੂੰ ਲਾਗੂ ਕਰਨੇ ਪੈਣਗੇ। ਇਹ ਕਹਿ ਰਿਹਾ ਅੰਮ੍ਰਿਤਪਾਲ ਵੀ ਮੇਰੇ ਤੋਂ ਸੇਵਾ ਤਾਂ ਸੱਚੇ ਪਾਤਸ਼ਾਹ ਲੈ ਰਹੇ ਨੇ, ਤੇ ਲਾਰੈਂਸ ਬਿਸ਼ਨੋਈ ਵੀ ਇਹੀ ਕਹਿ ਰਿਹਾ ਵੀ ਜੋ ਡਿਊਟੀ ਲਾਈ ਆ ਪ੍ਰਮਾਤਮਾ ਨੇ ਉਹ ਕਰ ਰਿਹਾ। ਇਹ ਬਹੁਤ ਤੌਰ ਤੇ ਕੰਗਾਲ ਲੋਕਾਂ ਦਾ ਪ੍ਰਵਚਨ ਆ, ਜਿਹਦਾ ਮਤਲਬ ਤੁਸੀਂ ਇੱਕ ਜਿਹੜੀ ਭਾਵਨਾ ਲੋਕਾਂ ਦੀ ਪ੍ਰਮਾਤਮਾ ਨਾਲ, ਰੱਬ ਨਾਲ ਜਿਹੜੀ ਜੁੜੀ ਹੋਈ ਆ, ਤੁਸੀਂ ਉਹਨੂੰ ਬਲੈਕਮੇਲ ਕਰ ਰਹੇ ਹੋ, ਕੈਸ਼ ਕਰ ਰਹੇ ਹੋ। ਜੇ ਥੋਤੋਂ ਪ੍ਰਮਾਤਮਾ ਕਰਾ ਰਿਹਾ, ਮਾਲੀ ਤੋਂ ਕੌਣ ਕਰਾ ਰਿਹਾ ਜੀ? ਬਾਕੀ ਤੋਂ ਕੌਣ ਕਰਾ ਰਿਹਾ? ਸੋ ਇਸ ਕਰਕੇ ਇਹ ਜਿਹੜੇ ਗਲਤ ਸੰਕਲਪ ਸਿਰਜੇ ਜਾ ਰਹੇ ਨੇ ਨਾ, ਇਹਨਾਂ ਪ੍ਰਤੀ ਸੰਵਾਦ ਚੱਲੇ ਨਾ ਤਾਂ ਹੀ ਗੱਲ ਹੋਊ ਨਾ। ਹੁਣ ਤੱਕ ਲੱਗਦਾ ਅੰਮ੍ਰਿਤਪਾਲ ਦਾ ਵਿਰੋਧ ਕਰਨ ਦਾ ਮਤਲਬ ਸਿੱਖਾਂ ਦਾ ਵਿਰੋਧ। ਹੁਣ ਜੇ ਤੁਸੀਂ ਸਮਾਦ ਰਚਾਉਂਦੇ ਹੋ, ਨਵੇਂ ਚੁਟਕਲੇ ਕੱਢ, ਲੱਤਾਂ ਨਾ ਖਿੱਚੋ ਤੇ ਫਿਰ ਬਾਬੇ ਨਾਨਕ ਤੇ ਸਭ ਦੀਆਂ ਲੱਤਾਂ ਖਿੱਚੀਆਂ ਸੀ ਵੀ ਗੱਲ ਕਰੋ। ਤੁਸੀਂ ਜਿਹੜੇ ਨਵੇਂ ਚੋਚਲੇ ਨੇ ਨਾ ਜੀ, ਇਹਨਾਂ ਤੇ ਸੰਵਾਦ ਹੋਣਾ ਚਾਹੀਦਾ।
ਪ੍ਰਮਾਤਮਾ ਸੇਵਾ ਲੈ ਰਿਹਾ, ਸਾਰੇ ਉਹ ਕਹਿ ਰਹੇ। ਤੇ ਕਿਸੇ ਦੀ ਕੋਈ ਜਥੇਬੰਦੀ ਨਹੀਂ, ਨਾ ਅੰਮ੍ਰਿਤਪਾਲ ਦੀ ਆ, ਨਾ ਕੇਜਰੀਵਾਲ ਦੀ ਪਾਰਟੀ ਆ, ਵਨ ਮੈਨ ਸ਼ੋਅ ਨੇ ਸਾਰੇ, ਕੋਈ ਜਵਾਬਦੇਹੀ ਨਹੀਂ ਕਿਸੇ ਨੂੰ। ਜਦੋਂ ਤੁਹਾਡੀ ਜਵਾਬਦੇਹੀ ਨਹੀਂ ਕਿਸੇ ਨੂੰ, ਫਿਰ ਤੁਹਾਡੇ ਆਧਾਰ ਤੇ ਕੌਣ ਆਪਦੇ ਆਪ ਨੂੰ ਦਾਅ ਤੇ ਲਾਓ ਜੀ, ਮੈਨੂੰ ਇਹ ਦੱਸੋ। ਫਿਰ ਚਲੋ ਅੰਮ੍ਰਿਤਪਾਲ ਨੇ ਤਾਂ ਕਹਿਤਾ ਸੀ, ਹੁਣ ਕਹਿ ਸਕਦਾ ਵੀ ਸੋਚ ਕੇ ਆਇਓ ਪੈਰਵੂ, ਜਿਹੜਾ ਕਹਿੰਦੇ ਹੋ ਨਾ ਵੀ ਸਾਡੇ ਪਰਿਵਾਰ ਨਹੀਂ ਸਾਹਮਣੇ, ਪਹਿਲਾਂ ਐ ਹੋ ਗਿਆ ਫਲਾਨਾ ਹੋ ਗਿਆ, ਮੇਰੇ ਨਾਲ ਸੋਚ ਕੇ ਆਇਓ। ਪਰਿਵਾਰਾਂ ਨੂੰ ਸਾਹਮਣੇ ਦੀ ਗੱਲ ਛੱਡੋ, ਗੁਰੂਆਂ ਦੇ ਪਰਿਵਾਰਾਂ ਨੇ ਕਿਹੜਾ ਸਾਹਮਣਿਆ ਸੀ? ਇਹ ਇਸੇ ਕਰਕੇ ਨਾ ਵੀ ਜਥੇਬੰਦੀ ਹੈ ਹੀ ਨਹੀਂ। ਸੋ ਇਹ ਜਿਹੜੇ ਸੰਕਲਪ ਉਲਟਾਏ ਜਾ ਰਹੇ ਨੇ ਜਾਂ ਨਵੇਂ ਪੇਸ਼ ਕੀਤੇ ਜਾ ਰਹੇ ਨੇ, ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਤੇ ਇਹ ਸੰਕਲਪ ਜਿਨ੍ਹਾਂ ਦੇ ਪੱਲੇ ਹੈ ਨਹੀਂ, ਜਿਹਨੂੰ ਮੈਂ ਮੰਡੀਰ ਕਹਿਣਾ, ਜਿਹੜੀ ਮੰਡੀਰ ਆ ਨਾ ਜਿਹੜੀ, ਉਹਨਾਂ ਨੂੰ ਇਹਨਾਂ ਗੱਲਾਂ ਬੜਾ ਜੱਚਦੀਆਂ ਨੇ। ਪੱਗ 'ਚ ਸਿਰ ਥੁੰਨਿਆ ਹੋਇਆ, ਪੱਗ 'ਚ ਸਿਰ ਫਸਾਇਆ ਹੋਇਆ, ਉਹ ਪੱਗ ਆਪਦੇ ਆਪ 'ਚ ਸਾਡੇ ਲਈ ਕਿੱਡਾ ਵੱਡਾ ਇਸ਼ੂ ਆ। ਤੁਸੀਂ ਇਹ ਦੇਖੋ, ਤੁਸੀਂ ਹੁਣ ਇੱਕ ਚੁਟਕਲਾ ਇਹੋ ਜਿਹਾ ਛੱਡਤਾ, ਮਤਲਬ ਮੇਰੇ ਵਿਚਾਰਾਂ ਨਾਲ ਕੋਈ ਸਹਿਮਤ ਨਹੀਂ, ਅਲੱਗ ਕੋਈ ਮਾਲੀ ਨੇ ਪੱਗ 'ਚ ਸਿਰ ਫਸਾਇਆ ਹੋਇਆ, ਜਥੇਦਾਰ ਨੇ ਪੱਗ 'ਚ ਸਿਰ ਫਸਾਇਆ ਹੋਇਆ, ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ? ਸੋ ਇਹ ਜੁਮਲੇ ਨੇ ਨਾ ਜਿਹੜੇ ਸਾਰੇ ਭਟਕਾਊ ਨੇ, ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਛੱਡਣਾ ਚਾਹੀਦਾ।